ਬਹੁਤ ਬਹੁਤ ਸਵਾਗਤ ਹੈ। ਤੁਸੀਂ ਇਸ ਵੇਲੇ ਸ਼ਾਮਿਲ ਹੋ ਚੁੱਕੇ ਹੋ ਦ ਨਵਜੋਤ ਢਿੱਲੋਂਵਾਲ ਦੇ ਵਿੱਚ। ਅੱਜ ਤੁਹਾਡੇ ਲਈ ਇੱਕ ਵਾਰੀ ਫਿਰ ਮੈਂ ਲੈ ਕੇ ਹਾਜ਼ਰ ਹੋਈ ਹਾਂ ਕੁਝ ਖਿਆਲ, ਕੁਝ ਸਵਾਲ। ਅੱਜ ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ, ਕਿਉਂਕਿ ਜ਼ਿੰਦਗੀ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਜਾਂ ਜ਼ਿੰਦਗੀ ਨੂੰ ਦੇਖਣ ਦਾ ਸਾਡਾ ਪੱਖ ਹੈ, ਉਹ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਅੱਜ ਜਿਸ ਸ਼ਖਸੀਅਤ ਦੇ ਰੂਬਰੂ ਮੈਂ ਤੁਹਾਨੂੰ ਕਰਨ ਜਾ ਰਹੀ ਹਾਂ, ਉਸ ਸ਼ਖਸੀਅਤ ਨੇ ਜ਼ਿੰਦਗੀ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਹੈ ਅਤੇ ਉਹਨੂੰ ਦੇਖਣ ਦੇ ਨਾਲ ਨਾਲ ਸ਼ਾਇਦ ਉਹਨਾਂ ਨੇ ਦੁਨੀਆ ਨੂੰ ਵੀ ਇਹ ਗੱਲ ਦਿਖਾਈ ਹੈ ਕਿ ਜ਼ਿੰਦਗੀ ਦੇਖਣ ਦਾ ਇੱਕ ਇਹ ਵੀ ਅੰਦਾਜ਼ ਹੋ ਸਕਦਾ ਹੈ। ਮੈਂ ਇੱਕ ਜਗ੍ਹਾ 'ਤੇ ਪੜ੍ਹਿਆ ਸੀ, ਕਹਿੰਦੇ ਕਿ ਜ਼ਿੰਦਗੀ ਜਿਹੜਾ ਵਪਾਰ ਹੈ ਉਹ ਅਸੀਂ ਸਿੱਖ ਲਿਆ ਹੈ, ਪਰ ਜ਼ਿੰਦਗੀ ਜਿਹੜੀ ਕਲਾ ਹੈ ਉਹ ਅਸੀਂ ਸਿੱਖੀ ਨਹੀਂ ਹੈ। ਪ੍ਰਭ ਆਸਰਾ ਨਾਂ ਦੀ ਇੱਕ ਸੰਸਥਾ ਹੈ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਜਿਹੜੀ ਉਹਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜਿਹੜੇ ਬੇਸਹਾਰਾ ਨੇ, ਜਿਹੜੇ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਨਾਲ ਜਾਂ ਆਪਣੇ ਪੈਰਾਂ 'ਤੇ ਨਹੀਂ ਜੀ ਸਕਦੇ, ਉਹ ਦੂਸਰਿਆਂ 'ਤੇ ਨਿਰਭਰ ਨੇ। ਚਾਹੇ ਕੁਦਰਤ ਦੀ ਉਹਨਾਂ ਨੂੰ ਮਾਰ ਪੈ ਗਈ ਹੈ ਜਾਂ ਕੁਝ ਇਹੋ ਜਿਹਾ ਵਾਪਰ ਗਿਆ ਹੈ ਜਿਸ ਕਰਕੇ ਉਹ ਇੱਕ ਸਧਾਰਨ ਆਮ ਇਨਸਾਨ ਦੀ ਜ਼ਿੰਦਗੀ ਜੀਣ ਦੇ ਕਾਬਿਲ ਨਹੀਂ ਹੈਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀਣ ਦੇ ਕਾਬਿਲ ਨਹੀਂ, ਉਹਨਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ। ਪਰ ਸਾਡੇ ਤੁਹਾਡੇ ਵਰਗੇ ਇਨਸਾਨ ਕਈ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਦਿੰਦੇ ਨੇ, ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪਾ ਦਿੰਦੇ ਨੇ ਕਿ ਜਿਵੇਂ ਉਹਨਾਂ ਦੀ ਜ਼ਿੰਦਗੀ ਕੀੜੇ ਮਕੌੜਿਆਂ ਵਰਗੀ ਹੈ ਜਾਂ ਉਹਨਾਂ ਦੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਹੈਗੇ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਮਾਇਨੇ ਤਾਂ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਦੂਸਰੇ ਲੋਕਾਂ ਦੀ ਜ਼ਿੰਦਗੀ ਦੇ ਕੀ ਅਰਥ ਨੇ ਇਹ ਕਦੇ ਲੱਭਣ ਦੀ ਕੋਸ਼ਿਸ਼ ਘੱਟ ਕੀਤੀ ਜਾਂਦੀ ਹੈ। ਪ੍ਰਭ ਆਸਰਾ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਇਹ ਅਰਥ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਨਾਲ ਅੱਜ ਸ਼ਾਮਿਲ ਹੋ ਰਹੇ ਨੇ ਪ੍ਰਭ ਆਸਰਾ ਜਿਹੜੀ ਸੰਸਥਾ ਹੈ ਉਸ ਦੇ ਫਾਊਂਡਰ ਨੇ ਬੀਬੀ ਰਜਿੰਦਰ ਕੌਰ। ਬੀਬੀ ਰਜਿੰਦਰ ਕੌਰ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈਆਂ ਦਿੰਦੀ ਹਾਂ ਇਸ ਗੱਲ ਦੀਆਂ, ਤੁਹਾਨੂੰ ਕੰਗ੍ਰੈਚੁਲੇਟ ਕਰਦੀ ਹਾਂ, ਤੁਹਾਨੂੰ ਮੈਂ ਸੈਲਿਊਟ ਕਰਦੀ ਹਾਂ ਕਿ ਤੁਸੀਂ ਜਿਸ ਅੰਦਾਜ਼ ਦੇ ਵਿੱਚ ਜ਼ਿੰਦਗੀ ਜੀ ਰਹੇ ਹੋ ਅਤੇ ਦੂਸਰਿਆਂ ਨੂੰ ਜੀਣੀ ਸਿਖਾ ਰਹੇ ਹੋ, ਇਹ ਕੋਈ ਸੌਖਾ ਕੰਮ ਨਹੀਂ ਹੈ। ਜਿਹੜੇ ਬੇਆਸਰਾ ਲੋਕ ਨੇ ਉਹਨਾਂ ਨੂੰ ਆਸਰਾ ਦਿੱਤਾ ਜਾ ਰਿਹਾ ਹੈ। ਬਿਲਕੁਲ ਜੀ, ਇਹ ਸਲੂਟ ਬਣਦਾ ਉਸ ਪਰਮਾਤਮਾ ਨੂੰ, ਉਸ ਖੁਦਾ ਨੂੰ ਜਿਨ੍ਹਾਂ ਨੇ ਸਾਨੂੰ ਸਿਰਜਿਆ ਅਤੇ ਇਸ ਦੁਨੀਆ 'ਤੇ ਭੇਜਿਆ ਅਤੇ ਸਾਨੂੰ ਉਹ ਕਾਰਜ ਕਰਨ ਲਈ ਸਾਨੂੰ ਸੂਝ ਦਿੱਤੀ, ਉਹਨੇ ਬਖਸ਼ਿਸ਼ ਕੀਤੀ, ਜਿਸ ਸਦਕਾ ਅਸੀਂ ਅੱਜ ਇਸ ਮੁਕਾਮ 'ਤੇ ਹੈਗੇ ਹਾਂ। ਇਹ ਸੌਖਾ ਨਹੀਂ ਹੈਗਾ ਕਿ ਤੁਸੀਂ ਆਪਣੇ ਹਰ ਇੱਕ ਜਿਵੇਂ ਇਨਸਾਨ ਜੀ ਰਹੇ ਆ ਜ਼ਿੰਦਗੀ, ਉਸ ਹਿਸਾਬ ਦੇ ਨਾਲ ਤੁਸੀਂ ਜੀ ਰਹੇ ਹੋ। ਅਚਨਚੇਤ ਤੁਹਾਨੂੰ ਇਹ ਖਿਆਲ ਆਉਂਦਾ ਹੈ ਕਿ ਲੋਕ ਤਾਂ ਸੜਕਾਂ 'ਤੇ ਇਸ ਤਰ੍ਹਾਂ ਵੀ ਤੁਰੇ ਫਿਰਦੇ ਆ ਜਿਵੇਂ ਕੀੜੇ ਮਕੌੜੇ ਨੇ, ਜਾਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਅਰਥ ਹੀ ਹੈ ਨਹੀਂ ਗਾ, ਜਿਵੇਂ ਉਹ ਮੌਤ ਨੂੰ ਹੀ ਉਡੀਕ ਰਹੇ ਆ ਕਿ ਕਿਹੜੇ ਦਿਨ ਆਊਗੀ ਅਤੇ ਉਹਨਾਂ ਨੂੰ ਉਡਾ ਕੇ ਲੈ ਜਾਊਗੀ। ਅਤੇ ਉਹ ਕਿਹੋ ਜਿਹਾ ਮੌਕਾ ਸੀ ਜਦੋਂ ਤੁਹਾਨੂੰ ਲੱਗਾ ਕਿ ਨਹੀਂ, ਇਹ ਇਸ ਹਾਲ ਦੇ ਵਿੱਚ ਨਹੀਂ ਰਹਿਣੇ ਚਾਹੀਦੇ? ਜਦੋਂ ਵੀ ਇੱਦਾਂ ਦੇ ਇਨਸਾਨ ਸਾਡੀ ਨਿਗਾਹ 'ਚ ਆਉਂਦੇ ਸੀ ਜਾਂ ਨਜ਼ਰ 'ਚ ਆਉਂਦੇ ਸੀਗੇ, ਮੈਂ ਅਤੇ ਮੇਰੇ ਹਸਬੈਂਡ ਮੋਸਟਲੀ ਇਸ ਬਾਰੇ ਡਿਸਕਸ ਕਰਦੇ ਸੀਗੇ। ਸਾਡਾ ਫਾਰਮਾਸਿਊਟੀਕਲ ਬੈਕਗਰਾਊਂਡ ਸੀਗਾ ਐਂਡ ਸਾਡੀਆਂ 2 ਫਾਰਮਾਸਿਊਟੀਕਲ ਸ਼ਾਪ ਸੀਗੀਆਂ ਉਸ ਟਾਈਮ। ਜਦੋਂ ਇਕੱਠੇ ਬੈਠ ਕੇ ਡਿਸਕਸ ਕਰਨਾ ਵੀ ਕਿੱਦਾਂ ਆਪਾਂ ਜੋ ਸਾਨੂੰ ਗੁਰਬਾਣੀ ਕਹਿ ਰਹੀ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਕਿਹੜਾ ਦਿਨ ਹੋਏਗਾ ਜਦੋਂ ਅਸੀਂ ਸਾਰੇ ਇਨਸਾਨਾਂ ਵਿੱਚ, ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਪਛਾਣਨਾ ਸ਼ੁਰੂ ਕਰਾਂਗੇ। ਉਹ ਵਿਚਾਰੇ ਰੁਲ ਰਹੇ ਹੈ ਅਤੇ ਅਸੀਂ ਰੋਟੀ ਖਾ ਰਹੇ ਹਾਂ, ਅਸੀਂ ਘਰ ਪਰਿਵਾਰ 'ਚ ਰਹਿ ਰਹੇ ਹੈਗੇ ਹਾਂ, ਪੂਰੀਆਂ ਫੈਸਿਲਿਟੀਜ਼ ਦਾ ਆਨੰਦ ਮਾਣ ਰਹੇ ਹਾਂ, ਬਟ ਉਹਨਾਂ ਕੋਲ ਤਾਂ ਖਾਣ ਨੂੰ ਰੋਟੀ ਨਹੀਂ ਹੈ, ਸਿਰ 'ਤੇ ਛੱਤ ਨਹੀਂ ਹੈ ਅਤੇ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਆ। ਵੀ ਕਦੋਂ ਉਹ ਵੇਲਾ ਆਏਗਾ ਜਦੋਂ ਅਸੀਂ ਇਹਨਾਂ ਦੀ ਸਪੋਰਟ ਕਰ ਸਕਾਂਗੇ? ਉਸ ਮਤਲਬ ਉਹਦੇ ਵਿੱਚ ਬੇਚੈਨੀ ਬਹੁਤ ਸੀ, ਬਟ ਕੋਸ਼ਿਸ਼ ਸ਼ੁਰੂ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਸਹਾਰਾ ਬਣ ਸਕੀਏ। ਪਰਮਾਤਮਾ ਦੀ ਕਿਰਪਾ ਦੇ ਨਾਲ ਫਿਰ ਕਈਆਂ ਨਾਲ ਮਿਲੇ ਵੀ, ਲੇਕਿਨ ਜਦੋਂ ਕਿਤੋਂ ਵੀ ਢੁਕਵਾਂ ਹੰਗਾਰਾ ਨਾ ਮਿਲਿਆ ਤਾਂ ਫਿਰ 2 ਕਮਰੇ ਕਿਰਾਏ 'ਤੇ ਲੈ ਕੇ ਚੰਡੀਗੜ੍ਹ ਦਸੰਬਰ 2003 ਵਿੱਚ ਇਹ ਫਿਰ ਘਰ ਹੋਂਦ ਵਿੱਚ ਆ ਗਿਆ। ਹੁੰਦਾ ਇਸ ਤਰ੍ਹਾਂ ਬੀਬੀ ਰਜਿੰਦਰ ਕੌਰ ਜੀ ਕਿ ਜਦੋਂ ਆਪਾਂ ਸਧਾਰਨ ਜ਼ਿੰਦਗੀ ਜੀ ਰਹੇ ਹਾਂ, ਸਾਡੀ ਲਾਈਫ ਦੇ ਵਿੱਚ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕ ਦੇਖਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਅਸੀਂ ਕਹਿੰਦੇ ਹਾਂ ਕਿ ਓਹੋ ਦੇਖੋ, ਇਹਨਾਂ ਨੇ ਪਤਾ ਨਹੀਂ ਵਿਚਾਰਿਆਂ ਨੇ ਕੀ ਕਰਮ ਕੀਤੇ ਹੋਣਗੇ, ਜਾਂ ਅਸੀਂ ਸਿਰਫ ਕੁਝ ਪਲਾਂ ਦੇ ਲਈ ਉਹਨਾਂ ਦੇ ਉੱਤੇ ਤਰਸ ਖਾਂਦੇ ਹਾਂ, ਉਸ ਤੋਂ ਬਾਅਦ ਅਸੀਂ ਉੱਥੋਂ ਗੁਜ਼ਰ ਜਾਂਦੇ ਹਾਂ। ਉਹ 2-3 ਮਿੰਟ ਹੀ ਹੁੰਦੇ ਆ ਜਿਹੜੇ ਸਾਡੇ ਤਰਸ ਵਾਲੇ ਹੁੰਦੇ ਆ, ਜਾਂ ਸਾਡਾ ਮਨ ਪੰਗਰਦਾ ਹੈਗਾ। ਜਿਹੜੀ ਮੂਮੈਂਟ ਅਸੀਂ ਉੱਥੋਂ ਗੁਜ਼ਰ ਗਏ ਉਸ ਤੋਂ ਬਾਅਦ ਅਸੀਂ ਉਹ ਭੁੱਲ ਜਾਂਦੇ ਹੈਗੇ ਹਾਂ।
ਤੇ ਸਾਨੂੰ ਇਹ ਲੱਗਦਾ ਅਸੀਂ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਇਹ ਗੱਲ ਕਹਿ ਕੇ ਕਿ ਵੀ ਕਰਮਾਂ ਦੀ ਖੇਡ ਆ, ਪਰਮਾਤਮਾ ਦੇ ਰੰਗ ਆ, ਦੇਖੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗੱਲ ਫਿਨਿਸ਼ ਹੋ ਜਾਂਦੀ ਹੈ। ਤੁਸੀਂ ਉਹ ਗੱਲ ਬੜੀ ਵਾਰੀ ਇਸ ਤਰ੍ਹਾਂ ਫਿਨਿਸ਼ ਕੀਤੀ? ਮੋਸਟਲੀ ਗੁਰੂ ਸਾਹਿਬ ਪਰਮਾਤਮਾ ਸਾਡੇ ਅੰਦਰ ਜਿਵੇਂ ਕਹਿੰਦੇ ਕਿ ਪੋਜ਼ਿਟਿਵ ਨੇ ਨੈਗੇਟਿਵ એનર્ਜੀਜ਼ ਚੱਲ ਵੀ ਰਹੀਆਂ ਹੈਗੀਆਂ। ਜਦੋਂ ਪੋਜ਼ਿਟਿਵਿਟੀ ਸਾਡੇ ਅੰਦਰ ਲਿਆਂਦਾ, ਜੇ ਅਸੀਂ ਉਹ ਆਵਾਜ਼ ਅੰਦਰੋਂ ਸੁਣ ਲਈ, ਉਹ ਰੂਹ ਦੀ ਆਵਾਜ਼ ਨੂੰ ਅਸੀਂ ਹਾਮੀ ਭਰੀ ਕਿ ਵੀ ਹਾਂ ਨਹੀਂ ਇੱਥੇ ਕਾਰਜ ਹੋਣਾ ਚਾਹੀਦਾ, ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਮਤਲਬ ਅੱਛਾ ਜ਼ਿੰਦਗੀ ਨੂੰ ਮੀਨਿੰਗ ਦੇ ਸਕਦੇ ਹਾਂ। ਤੇ ਉਸੇ ਕੋਸ਼ਿਸ਼ ਵਿੱਚ ਜਦੋਂ ਵੀ ਇਦਾਂ ਦਾ ਕੋਈ ਇਗਨੋਰ ਹੋਇਆ ਮਿਲਦਾ ਰਿਹਾ ਤਾਂ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਇਆ ਜਾ ਸਕੇ। ਬਾਕੀ ਕਈ ਵਾਰੀ ਪਿੱਛੇ ਦੇ ਕਈ ਆ ਕੇ ਕਹਿ ਦਿੰਦੇ ਆ ਵੀ ਇਹ ਲਵਾਰਿਸ ਹੈਗਾ, ਇਹ ਇਦਾਂ ਹੈਗਾ, ਜਦ ਕਿ ਉਹਨਾਂ ਦੇ ਖੁਦ ਦੇ ਵਾਰਿਸ ਹੁੰਦੇ ਹੈਗੇ ਆ। ਉਹ ਪਛਾਣਨਾ ਵੀ ਜ਼ਰੂਰੀ ਹੁੰਦਾ ਕਿ ਕੀ ਇਹਨਾਂ ਦੇ ਇਹ ਆਪਣੇ ਆ, ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਸੂਝ ਦੇਣੀ ਮਤਲਬ ਦੇ ਨਹੀਂ ਸਕਦੇ, ਲੇਕਿਨ ਪਰਮਾਤਮਾ ਵੱਲੋਂ ਜਿਹੜੀ ਉਹਨਾਂ ਦੇ ਹੁਕਮ ਹੈ ਉਹਨੂੰ ਅਸੀਂ ਵਜਾਉਣ ਦੀ ਕੋਸ਼ਿਸ਼ ਕਰੀਦੀ ਹੈ ਵੀ ਉਹਨਾਂ ਨੂੰ ਵੀ ਅਵੇਅਰ ਕਰਨਾ ਵੀ ਕੱਲ੍ਹ ਨੂੰ ਅਸੀਂ ਵੀ ਬਜ਼ੁਰਗ ਹੋਣਾ ਹੈ, ਕੱਲ੍ਹ ਨੂੰ ਅਸੀਂ ਵੀ ਮੌਤ ਦੇ ਮੂੰਹ 'ਚ ਜਾਣਾ ਹੈਗਾ। ਕੀ ਅਸੀਂ ਤਿਆਰੀ ਕੀਤੀ ਹੈ, ਕੀ ਅਸੀਂ ਆਪਣੇ ਬੱਚਿਆਂ ਨੂੰ ਉੱਦਾਂ ਤਿਆਰ ਕੀਤਾ ਕਿ ਉਹ ਸਾਡੀ ਬਜ਼ੁਰਗੀ ਵਿੱਚ ਸਾਡਾ ਕੇਅਰ ਕਰ ਸਕਣ, ਕਿ ਅਸੀਂ ਉਸ ਲੈਵਲ ਨੂੰ ਪਾਰ ਕਰ ਸਕਦੇ ਹੈਗੇ ਆ, ਜਾਂ ਇਕੱਲਿਆਂ ਕਰ ਸਕਦੇ ਹਾਂ, ਜਾਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਐਜ਼ ਅ ਟੀਮ ਲੈ ਕੇ ਕਰ ਸਕਦੇ ਹੈਗੇ ਆ। ਉਹਦੇ ਵਿੱਚ ਮਤਲਬ ਜਦੋਂ ਆਪਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਕਾਫੀ ਹੈਗੇ ਆ ਕਿ ਸਮਝ ਜਾਂਦੇ ਆ। ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਨਾਲ ਦੀ ਨਾਲ ਜਿਹੜੇ ਕਾਰਜ ਗੁਰੂ ਸਾਹਿਬ ਨੇ ਸਾਨੂੰ ਸਮਝਾਏ ਹੈ ਕਿ ਏਕ ਪਿਤਾ ਏਕਸ ਕੇ ਹਮਬਾਰਕ ਤੂੰ ਮੇਰਾ ਗੁਰਹਾਈ, ਜੇਤੇ ਜੀਤੇ ਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਹੀਂ, ਵੀ ਇਹਦੇ ਆਧਾਰ ਤੇ ਅਸੀਂ ਕੋਸ਼ਿਸ਼ ਕਰਦੇ ਰਹਿਣਾ ਹੈਗਾ। ਥੋੜਾ ਜਿਹਾ ਪ੍ਰਭ ਆਸਰਾ ਬਾਰੇ ਦੱਸੋ ਕਿ ਤੁਸੀਂ ਦੱਸਿਆ ਕਿ 2 ਕਮਰੇ ਤੁਸੀਂ ਕਿਰਾਏ ਤੇ ਲੈ ਕੇ ਇਹ ਜਿਹੜਾ ਸਿਲਸਿਲਾ ਉਹ ਸ਼ੁਰੂ ਕੀਤਾ, ਕਿਵੇਂ ਇਹ ਤੁਹਾਡਾ ਪਰਿਵਾਰ ਵੱਡਾ ਹੁੰਦਾ ਗਿਆ ਤੇ ਇਹਨੂੰ ਸਪੋਰਟ ਕਰਨ ਵਾਲਾ ਕੌਣ ਸੀ? ਮੈਨੂੰ ਇੰਨਾ ਪਤਾ ਕਿ ਤੁਸੀਂ ਹਾਲੇ ਆਪਣਾ ਘਰ ਨਹੀਂ ਸੀ ਬਣਾਇਆ ਜਿਸ ਵੇਲੇ ਉਹ ਤੁਸੀਂ 2 ਕਮਰਿਆਂ ਦਾ ਜਿਹੜਾ ਕਿਰਾਏ ਤੇ ਲੈ ਕੇ ਇਹ ਸਿਲਸਿਲਾ ਸ਼ੁਰੂ ਕੀਤਾ। ਹਾਂਜੀ, ਘਰ ਤਾਂ ਅੱਜ ਤੱਕ ਕੋਈ ਨਹੀਂ ਬਣਾਇਆ। ਘਰ ਨਹੀਂ, ਆਪਣਾ ਘਰ ਨਹੀਂ, ਆਪਣਾ ਘਰ ਜਿਹਨੂੰ ਕਹਿ ਸਕਦੇ ਹਾਂ ਕਿ ਵੀ ਹਾਂਜੀ ਆਪਣਾ ਘਰ ਹੈ, ਉਹ ਉੱਦਾਂ ਦਾ ਹਜੇ ਤੱਕ ਕੋਈ ਨਹੀਂ ਬਣਾਇਆ। ਬਿਕੋਜ਼ ਇਹੀ ਸਾਡਾ ਇੱਕ ਵੱਡਾ ਘਰ ਹੈ, ਇਹਨੂੰ ਹੀ ਅਸੀਂ ਆਪਣਾ ਘਰ ਕਹਿੰਦੇ ਹਾਂ, ਇਹਨੂੰ ਹੀ ਅਸੀਂ ਆਪਣੀ ਫੈਮਿਲੀ ਸਮਝਦੇ ਹਾਂ, ਜਿੱਥੇ 450 ਤੋਂ ਉੱਪਰ ਪ੍ਰਾਣੀ ਇਸ ਵਕਤ ਰਹਿ ਰਹੇ ਹੈਗੇ ਆ। ਤੇ ਮੇਰੇ ਹਸਬੈਂਡ ਨੇ ਵੀ ਕਾਫੀ ਹੱਦ ਤੱਕ ਇਹਨੂੰ ਫੀਲ ਕੀਤਾ ਤਾਂ ਅਸੀਂ ਰਲ ਕੇ ਇਸ ਚੀਜ਼ ਦਾ ਇਨੀਸ਼ੀਏਟਿਵ ਲਿਆ। ਬਟ ਪਹਿਲਾਂ ਬਿਜ਼ਨਸ ਹੈਂਡਲ ਕਰਨ ਵਾਸਤੇ ਵੀ, ਕਿਉਂਕਿ ਫਾਈਨੈਂਸ ਕਿਤੋਂ ਨਹੀਂ ਆਉਂਦਾ ਤਾਂ ਫਿਰ ਅਸੀਂ ਇਹ ਸ਼ੁਰੂ ਨਹੀਂ ਸੀ ਕਰ ਪਾਣਾ, ਤੇ ਬਿਜ਼ਨਸਿਸ 'ਚੋਂ ਫਾਈਨੈਂਸ ਕੱਢਣਾ ਵੀ ਜ਼ਰੂਰੀ ਸੀਗਾ, ਉਹਨਾਂ ਨੂੰ ਹੈਂਡਲ ਕਰਨਾ। ਸੋ ਸਰਦਾਰ ਸਾਹਿਬ ਦੀ ਸਪੋਰਟ ਦੇ ਵਿੱਚ ਖੜੇ ਤੇ ਉਹਨਾਂ ਨੇ ਮੋਸਟ ਆਫ ਦਾ ਟਾਈਮ ਡਿਵੋਟ ਕੀਤਾ ਇੱਧਰ, ਤੇ ਹੌਲੀ ਅਸੀਂ ਫੁੱਲ ਟਾਈਮ ਇੱਧਰ ਡਾਇਵਰਟ ਹੋ ਗਏ। ਬਿਕੋਜ਼ ਦਿਨੋਂ ਦਿਨ ਇਨਹੈਬੀਟੈਂਟਸ ਐਡਮਿਸ਼ਨਸ ਵੱਧਦੀਆਂ ਗਈਆਂ। ਪਿਛਲੇ 18 ਸਾਲਾਂ 'ਚ ਸਾਡੇ ਕੋਲ 1950 ਤੋਂ ਪੁਰਾਣੀ ਵੱਧ ਦਾਖਲ ਹੋਏ ਆ। ਕਿਸ ਤਰ੍ਹਾਂ ਦੇ ਲੋਕ ਹੈ ਜੀ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਤੁਹਾਡੇ ਪਰਿਵਾਰ ਦੇ ਵਿੱਚ ਇਸ ਵੇਲੇ, ਜਾਂ ਕਿੱਥੋਂ ਆਏ ਹੋਏ ਜਿਹੜੇ ਲੋਕ ਹੈਗੇ ਆ ਉਹ ਤੁਸੀਂ ਸ਼ਾਮਿਲ ਕੀਤੇ ਆ? ਮੋਸਟਲੀ ਜਿਹੜੇ ਸੜਕਾਂ ਤੇ ਬੇਸਹਾਰਾ, ਲਾਵਾਰਿਸ, ਗੁੰਮਸ਼ੁਦਾ, ਜਿਵੇਂ ਰੁਲ ਜਾਂਦੇ ਆ, ਸਟ੍ਰੈਸ ਜਾਂ ਡਿਪਰੈਸ਼ਨ 'ਚ ਨਿਕਲ ਜਾਂਦੇ, ਘਰੋਂ ਪਤਾ ਨਹੀਂ ਲੱਗਦਾ, ਮਿਸਿੰਗ ਡੈਸਟੀਟਿਊਟ ਮੋਸਟਲੀ ਯੂ ਕੈਨ ਸੇ। ਤੇ ਕਾਫੀ ਰੇ ਵਿਕਟਮਸ ਹੈਗੀਆਂ ਜਿਹੜੀਆਂ ਕਿ ਅਲੱਗ-ਅਲੱਗ ਹਾਲਾਤਾਂ 'ਚੋਂ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਚਾਈਲਡ ਵੈਲਫੇਅਰ ਕਮੇਟੀਜ਼ ਵੱਲੋਂ, ਜਾਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈਗਾ, ਜਾਂ ਈਵਨ ਕਿ ਮੈਜਿਸਟ੍ਰੇਟਸ ਵੱਲੋਂ, ਤੇ ਹਸਪੀਟਲ ਅਥਾਰਟੀਜ਼ ਵੱਲੋਂ ਜਿਹੜੇ ਕਿ ਐਕਸੀਡੈਂਟਲ ਕੇਸ ਹੈ ਜਿਨ੍ਹਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦਿੰਦਾ ਹੈਗਾ, ਕੇਅਰ ਨਹੀਂ ਕਰਦਾ ਹੈਗਾ, ਉਹ ਸਾਰੇ ਸਾਡੇ ਕੋਲ ਰੈਫਰ ਕੀਤੇ ਜਾਂਦੇ। ਈਵਨ ਕਿ ਅਬੈਂਡਨਡ ਬਜ਼ੁਰਗ ਤੇ ਬੱਚੇ ਜਿਹੜੇ ਕਿ ਸਾਡੇ ਜਾਂ ਕ੍ਰੈਡਲ 'ਚ ਪਾ ਜਾਂਦੇ ਆ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਬਾਹਰੋਂ, ਈਵਨ ਕਿ ਕਈ ਵਾਰੀ ਗੇਟ ਤੋਂ ਵੀ ਅਸੀਂ ਲੈ ਕੇ ਆਉਂਦੇ ਆ ਜਿਹੜੇ ਕਿ ਇੱਦਾਂ ਹੀ ਛੱਡ ਜਾਂਦੇ ਹੈਗੇ ਆ। ਤੇ ਉਹਨਾਂ ਦੀ ਸੇਵਾ ਸੰਭਾਲ, ਸ਼ੈਲਟਰ, ਕੇਅਰ, ਟ੍ਰੀਟਮੈਂਟ ਸਾਰੇ ਉਪਰਾਲੇ ਕਰੀਦੇ ਆ। ਤੇ ਨਾਲ ਹੀ ਰੀਹੈਬਲੀਟੇਸ਼ਨ ਦਾ ਮੇਨ ਮਕਸਦ ਹੈ ਕਿ ਉਹ ਇੰਪਰੂਵ ਹੋਣ, ਠੀਕ ਹੋਣ। ਉਹਨਾਂ ਦਾ ਜੇ ਕੋਈ ਵੀ ਪ੍ਰੋਬਲਮ ਹੈਗੀ ਹੈ, ਸਾਈਕੈਟ੍ਰਿਕ ਪ੍ਰੋਬਲਮ ਹੈਗੀ ਆ, ਤਾਂ ਉਹਨੂੰ ਕਾਉਂਸਲਿੰਗ ਦੇ ਨਾਲ ਤੇ ਟ੍ਰੀਟਮੈਂਟ ਦੇ ਨਾਲ ਰਿਜ਼ੋਲਵ ਕਰਕੇ, ਤਾਂ ਕਿ ਉਹਨਾਂ ਦੀ ਮੈਮਰੀ ਵਾਪਸ ਆਉਂਦੀ ਹੈ ਜਦੋਂ, ਉਦੋਂ ਫਿਰ ਅਸੀਂ ਉਹਨਾਂ ਨੂੰ ਰੀਯੂਨਾਈਟ ਕਰਾਉਣ ਦੀ ਕੋਸ਼ਿਸ਼ ਕਰੀਦੀ ਹੈ। ਤਕਰੀਬਨ 1300 ਤੋਂ ਉੱਪਰ ਆਲ ਓਵਰ ਇੰਡੀਆ ਉਹਨਾਂ ਨੂੰ ਰੀਯੂਨਾਈਟ ਕਰਾ ਚੁੱਕੇ ਹੈਗੇ ਆ। ਸੋ ਇਹ ਸਿਰਫ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਨਹੀਂ ਹੈਗੇ, ਪੰਜਾਬ ਤੋਂ ਬਾਹਰਲੇ ਲੋਕ ਵੀ ਆਉਂਦੇ ਆ। ਉਹ ਬਾਹਰੋਂ ਰੈਫਰ ਕੀਤੇ ਜਾਂਦੇ ਆ ਜਾਂ ਖੁਦ ਚੱਲ ਕੇ ਆਉਂਦੇ ਆ ਲੋਕ?
ਨਹੀਂ ਜੀ, ਮੋਸਟਲੀ ਰੈਫਰ ਨਹੀਂ ਕੀਤੇ ਜਾਂਦੇ। ਕਾਫੀ ਕੇਸਿਸ ਇਦਾਂ ਦੇ ਹੁੰਦੇ ਆ ਕਿ ਉਹ ਜਾਂ ਤਾਂ ਗਲਤ ਟ੍ਰੇਨ ਬੈਠ ਗਏ ਬਿਕੋਜ਼ ਉਹ ਮਾਨਸਿਕ ਤੌਰ ਤੇ ਨਹੀਂ ਸਟੇਬਲ ਹੈਗੇ, ਜਾਂ ਕਈ ਵਾਰੀ ਇਦਾਂ ਵੀ ਹੈਗੇ ਕਿ ਛੋਟੇ ਬੱਚੇ ਕਈ ਵਾਰੀ ਟ੍ਰੇਨ ਹੱਸਦੇ ਖੇਡਦੇ ਬੈਠ ਗਏ, ਚੜ ਗਏ, ਫਿਰ ਉਹ ਇੱਥੇ ਪਹੁੰਚ ਜਾਂਦੇ ਆ। ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਕਿ ਉਹ ਸਾਨੂੰ ਸਮਝਾ ਸਕਣ, ਜਾਂ ਮੈਂਟਲੀ ਇੰਨੇ ਕੁ ਸਟਰੋਂਗ ਨਹੀਂ ਹੈਗੇ ਕਿ ਉਹ ਦੱਸ ਸਕਣ। ਤੇ ਇੱਦਾਂ ਹੀ ਕਈ ਵਾਰੀ ਇੱਕ ਤਾਂ ਡਾਕਟਰ MBBS ਡਾਕਟਰ ਸੀਗਾ, ਉਹ ਸਟ੍ਰੈਸ ਡਿਪਰੈਸ਼ਨ 'ਚ ਗਿਆ ਤੇ ਘਰੋਂ ਨਿਕਲ ਗਿਆ। ਉਹਨੂੰ ਖੁਦ ਨੂੰ ਪਤਾ ਹੀ ਨਹੀਂ ਕਿ ਵੀ ਮੈਂ ਸੜਕ ਤੇ ਚੱਲ ਰਿਹਾ ਹੈਗਾ। MBBS ਡਾਕਟਰ ਉਹ ਆਪਣੇ ਵੱਲੋਂ ਮਤਲਬ ਇਹ ਫੀਲ ਕਰ ਰਿਹਾ ਸੀ ਕਿ ਮੈਂ ਘਰ ਜਾ ਰਿਹਾ, ਕਿੱਥੇ ਜਾ ਰਿਹਾ ਉਹਨੂੰ ਨਹੀਂ ਸੀ ਪਤਾ। ਤੇ ਸਾਡੇ ਕੋਲ ਬਾਹਰ ਸੜਕ ਦੇ ਉੱਪਰ ਉਹ ਕਾਫੀ ਬੁਰੀ ਹਾਲਤ ਵਿੱਚ ਸੀਗਾ, ਮਤਲਬ ਬਹੁਤ ਗੰਦੇ ਕੱਪੜੇ, ਤੇ ਉਹ ਮਤਲਬ ਭੁੱਖ ਪਿਆਸ ਨਾਲ ਉਹ ਜਿਵੇਂ ਕਹਿੰਦੇ ਤੜਫ ਰਿਹਾ। ਇੱਕ ਦਰਖਤ ਤੋਂ ਸ਼ਹਿਤੂਤ ਹੁੰਦਾ, ਸ਼ਹਿਤੂਤਨੀਆਂ ਜਿਹੀਆਂ ਤੋੜ ਕੇ ਖਾ ਰਿਹਾ ਸੀਗਾ। ਤੇ ਸਾਡੇ ਸੇਵਾਦਾਰ ਜਦ ਲੈ ਕੇ ਆਏ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ, ਮੈਂ ਕਿਹਾ ਪੁੱਛਿਆ ਵੀ ਤੁਸੀਂ ਇੱਥੇ ਰਹਿਣਾ ਚਾਹੋਗੇ ਸਾਡੇ ਕੋਲ, ਤੇ ਉਹਨੇ ਫਟਾਫਟ ਹਾਮੀ ਭਰੀ। ਤੇ ਕੁਛ ਦਿਨ ਦੇ ਟ੍ਰੀਟਮੈਂਟ ਦੇ ਨਾਲ ਤੇ ਉਹਦੀ ਪ੍ਰੋਪਰ ਰੈਸਟ ਹੋ ਗਈ ਤੇ ਪ੍ਰੋਪਰ ਮੈਡੀਸਨ ਹੋ ਗਈ, ਤੇ ਉਹਦੇ ਨਾਲ ਹੀ ਉਹ ਇੰਪਰੂਵ ਹੋ ਗਿਆ। ਹਫਤੇ ਦੇ ਵਿੱਚ ਹੀ ਜਦੋਂ ਅਸੀਂ ਰਾਊਂਡ ਤੇ ਸੀਗੇ, ਮੈਂ ਤੇ ਮੇਰੇ ਹਸਬੈਂਡ ਉਹਨੂੰ ਪੁੱਛ ਰਹੇ ਵੀ ਤੁਸੀਂ ਕੀ ਕਰਦੇ ਹੋ, ਕਿੱਥੋਂ ਆਏ ਹੋ, ਕੌਣ ਹੋ? ਤੇ ਉਹਨੇ ਕਿਹਾ ਵੀ ਮੈਂ ਇੱਕ ਡਾਕਟਰ ਹੈਗਾ ਤੇ ਮੈਂ ਬਿਹਾਰ ਦਾ ਰਹਿਣ ਵਾਲਾ। ਤੇ ਸਰਦਾਰ ਸਾਹਿਬ ਨੇ ਤੇ ਮੈਂ ਅਸੀਂ ਫੀਲ ਕੀਤਾ ਕਿ ਐਲੂਜ਼ਨ ਹੋਣਾ ਹੈ ਨਾ, ਸਾਈਕੈਟ੍ਰਿਕ ਪ੍ਰੋਬਲਮ ਹੋਣੀ ਹੈ। ਬਟ ਜਦੋਂ ਉਹਨੂੰ ਅਸੀਂ ਹੋਰ ਵੇਰਵੇ ਨਾਲ ਪੁੱਛਿਆ ਤਾਂ ਉਹਨੇ ਆਪਣਾ ਐਡਰੈਸ ਦੱਸਿਆ। ਤਾਂ ਅਸੀਂ ਉੱਥੇ ਗੂਗਲ ਤੇ ਸਰਚ ਕਰਕੇ ਜਦੋਂ ਕੰਟੈਕਟ ਕੀਤਾ ਪੁਲਿਸ ਦੀ ਵੈਬਸਾਈਟ ਤੋਂ ਨੰਬਰ ਲੈ ਕੇ, ਤਾਂ ਉਹ ਕਹਿੰਦੇ ਕਿ 4 ਸਾਲ ਤੋਂ ਇਹ ਮਿਸਿੰਗ ਹੈਗਾ ਸਾਡੇ ਕੋਲ। ਤੇ ਬਹੁਤ ਅੱਛਾ ਡਾਕਟਰ ਸੀਗਾ, ਬਹੁਤ ਅੱਛੀ ਤਰ੍ਹਾਂ ਸਾਰਿਆਂ ਨੂੰ ਟ੍ਰੀਟਮੈਂਟ ਵੀ ਦਿੰਦਾ ਸੀ, ਇਵਨ ਕਿ ਫ੍ਰੀ ਆਫ ਕਾਸਟ ਵੀ ਕਾਫੀ ਜ਼ਿਆਦਾ ਟ੍ਰੀਟਮੈਂਟ ਦਿੰਦਾ ਸੀਗਾ। ਤੇ ਉਹਨਾਂ ਦੀ ਵਾਈਫ ਤੇ ਬੇਟਾ ਫਿਰ ਲੈਣ ਵਾਸਤੇ ਆਏ। ਮਤਲਬ ਇੱਦਾਂ ਕਈ ਪ੍ਰੋਫੈਸ਼ਨਲ ਵੀ ਹੁੰਦੇ ਆ, ਜਾਂ ਇੱਕ ਸੈਕਟਰੀ ਵੀ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਬਾਹਰੋਂ ਚੱਕ ਕੇ ਲਿਆਏ ਆ ਹਾਈ ਕੋਰਟ 'ਚ। ਉਹ ਇੱਕ ਸਾਡੇ 13 ਜੱਜਿਸ ਦੇ ਨਾਲ ਇੱਕ ਪੁਰਾਣੀ ਸੀ ਜਿਹੜੇ ਉਹ ਕੰਮ ਕਰਦੇ ਰਹੇ ਹੈਗੇ ਆ। ਮਤਲਬ ਤੁਸੀਂ ਆਵਾ 13 ਜੱਜਿਸ ਦੇ ਸਪੋਰਟਰ ਸੀ, ਹੈਲਪਰ ਸੀਗੇ, ਤੇ ਉਹ ਵੀ ਰੁਲਣ ਲਈ ਮਜਬੂਰ ਹੋ ਗਏ ਕਿਸੇ ਟਾਈਮ 'ਚ। ਪੜ੍ਹਾਈ ਲਿਖਾਈ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਪ੍ਰੋਫੈਸ਼ਨ ਦੀ ਗੱਲ ਕਰ ਰਹੇ ਹੋ, ਜਾਂ ਕਿਸੇ ਸਟੇਟਸ ਦੀ ਗੱਲ ਕਰ ਰਹੇ ਹੋ, ਇਹ ਸਿਚੁਏਸ਼ਨ ਕਿਸੇ ਤੇ ਵੀ ਪੈ ਸਕਦੀ ਹੈ ਜਦੋਂ ਆਬਵੀਅਸਲੀ ਇਹੋ ਜਿਹੇ ਹਾਲਾਤ ਬਣਦੇ ਆ ਕਿ ਕਈ ਵਾਰ ਆਲੇ ਦੁਆਲੇ ਦੇ ਜਿਹੜੇ ਇਨਸਾਨ ਆ ਉਹ ਤੁਹਾਨੂੰ ਛੱਡ ਵੀ ਸਕਦੇ ਆ, ਬੇਸਹਾਰਾ ਛੱਡ ਸਕਦੇ ਆ। ਹਾਂਜੀ, ਕਈ ਦਾ ਇੱਦਾਂ ਹੁੰਦਾ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਘਰ ਦੇ ਉਹਨਾਂ ਨੂੰ ਸਾਰੀ ਉਮਰ ਕਮਾ ਕੇ ਦਿੱਤਾ ਹੁੰਦਾ, ਤੇ ਜਦੋਂ ਬੰਦਾ ਬਿਮਾਰ ਹੋ ਜਾਂਦਾ ਤਾਂ ਕਹਿ ਦਿੰਦੇ ਕਿ ਸਾਡਾ ਵਾਰਿਸ ਨਹੀਂ ਹੈਗਾ। ਇੱਦਾਂ ਦੇ ਵੀ ਹੈਗੇ ਆ। ਤੇ ਕਈ ਵਿਚਾਰੇ ਮਜਬੂਰ ਹੋ ਜਾਂਦੇ ਆ ਕਿ ਉਹਨਾਂ ਦਾ ਮੈਂਟਲ ਲੈਵਲ ਇੰਨਾ ਵਰਕ ਨਹੀਂ ਕਰ ਰਿਹਾ, ਕਿ ਸਾਈਕੈਟ੍ਰਿਕ ਪ੍ਰੋਬਲਮ ਜ਼ਿਆਦਾ ਹੋ ਗਈ ਕਿ ਉਹ ਘਰੋਂ ਨਿਕਲ ਗਏ ਤੇ ਘਰ ਦੇ ਲੱਭ ਕੇ ਥੱਕ ਜਾਂਦੇ ਹੈਗੇ ਆ। ਈਵਨ ਕਿ ਕਈ ਤਾਂ ਇੱਦਾਂ ਦੇ ਕੇਸਿਸ ਹੈ ਕਿ ਉਹਨਾਂ ਦਾ ਲਾਸਟ ਰਿਚੁਅਲਸ ਵੀ ਕਰ ਚੁੱਕੇ ਹੁੰਦੇ ਆ, ਵੀ ਇੰਨੇ ਸਾਲ ਤੋਂ ਨਹੀਂ ਹੈਗਾ। ਇੱਕ ਪੁਰਾਣੀ ਸਾਡੇ ਕੋਲ DC ਕੰਪਲੈਕਸ ਦੇ ਬਾਹਰ ਤਕਰੀਬਨ ਕਈ ਸਾਲ ਹੀ ਬੈਠੇ ਰਹੇ ਉਹ, ਮਤਲਬ ਜਿਵੇਂ ਬੈਗਿੰਗ ਕਰਦੇ ਸੀਗੇ ਇੱਦਾਂ ਬੈਠੇ ਰਹੇ। ਤੇ ਇੱਕ ਦਿਨ ਕਾਫੀ ਜ਼ਿਆਦਾ ਬਾਰਿਸ਼ ਤੇ ਉਹ ਸੀਗਾ, ਇੱਕ ਐਡਵੋਕੇਟ ਤਕਰੀਬਨ ਆਉਂਦਾ ਸੀ, ਉਹਨਾਂ ਨੂੰ ਖਾਣਾ ਦੇ ਜਾਂਦਾ ਸੀਗਾ। ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਵੀ ਤੂੰ ਕਿੱਥੋਂ, ਕੁਛ ਨਹੀਂ ਦੱਸ ਪਾਇਆ। ਤੇ ਉਹਨੇ ਸਵਾਲ ਚੱਕਿਆ ਕਿ DC ਕੰਪਲੈਕਸ ਦੇ ਬਾਹਰ 8 ਸਾਲ ਤੋਂ ਇੱਕ ਪ੍ਰਾਣੀ ਬੈਠਾ ਹੈ, ਲੇਕਿਨ ਉਹਨੂੰ ਕੇਅਰ ਲਈ, ਸ਼ੈਲਟਰ ਲਈ ਕਿਤੇ ਭੇਜਿਆ ਨਹੀਂ ਜਾ ਰਿਹਾ, ਕਿਸੇ ਦੀ ਨਿਗਾਹ 'ਚ ਨਹੀਂ ਗਿਆ ਉਹ। ਤੇ ਇਹ ਆਵਾਜ਼ ਜਦੋਂ ਚੱਕੀ ਗਈ, ਨਿਊਜ਼ਪੇਪਰ 'ਚ ਆ ਗਿਆ, ਤਾਂ ਫਿਰ ਕਿਸੇ ਨੇ ਸਾਡੇ ਤੱਕ ਪਹੁੰਚ ਕੀਤੀ, ਤੇ ਉਹ ਐਡਵੋਕੇਟ ਨੂੰ ਪਤਾ ਲੱਗਿਆ, ਉਹਨੇ ਪਹੁੰਚ ਕੀਤੀ, ਤੇ ਫਿਰ ਅਸੀਂ ਉਹਨਾਂ ਨੂੰ ਲੈ ਕੇ ਆਏ ਸੀਗੇ। ਤੇ 11 ਸਾਲ ਬਾਅਦ ਸਾਡੇ ਕੋਲ ਰਹਿਣ ਤੋਂ ਬਾਅਦ ਉਹਨੇ ਆਪਣੇ ਭਰਾ ਦਾ ਐਡਰੈਸ ਦੱਸਿਆ। ਤੇ ਇਟਸ ਬੀਨ ਮਤਲਬ ਹੀ ਵਾਜ਼ ਅਵੇ ਫਰੋਮ ਹਿਜ਼ ਹੋਮ ਫॉर 23 years। ਮਤਲਬ 23 ਸਾਲ ਉਹਨੂੰ ਯਾਦ ਹੀ ਨਹੀਂ ਆਇਆ ਕਿ ਵੀ ਮੈਂ ਕਿੱਥੋਂ ਹਾਂ, ਕੌਣ ਹਾਂ। ਤੇ ਫਿਰ ਉਹਨੂੰ ਯਾਦ ਆਇਆ, ਤੇ ਬ੍ਰਦਰ ਉਹਦੇ ਬਹੁਤ ਛੋਟੇ ਸੀ ਜਦੋਂ ਨਿਕਲਿਆ ਉਹ ਘਰੋਂ, ਤੇ ਫਿਰ ਉਹ ਉਹਨੂੰ ਲੈਣ ਵਾਸਤੇ ਆਏ। ਮਤਲਬ ਕਈ ਵਾਰੀ ਤਾਂ ਕੁਛ ਮਤਲਬ ਸਾਈਕੈਟ੍ਰਿਕ ਪ੍ਰੋਬਲਮ, ਕੁਛ ਫੈਮਿਲੀ ਦਾ ਕੁਛ ਟੌਰਚਰ ਵੀ ਹੁੰਦਾ, ਕੁਛ ਦੇ ਨਾਲ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ। ਉਹ ਬਾਹਰ ਦਾ ਮਾਹੌਲ ਹੀ ਉਹਨਾਂ ਨੂੰ ਇੰਨਾ ਕੁ ਸਟ੍ਰੈਸ ਡਿਪਰੈਸ਼ਨ 'ਚ ਲੈ ਜਾਂਦਾ। ਜੇ ਹੁਣ ਇੱਕ ਲੇਡੀ ਆ, ਉਹ ਲੈਂਗੁਏਜ ਦਾ ਗੈਪ ਹੈਗਾ, ਉਹ ਦੱਸ ਨਹੀਂ ਪਾਉਂਦੀ। ਤੇ ਈਵਨ ਕਿ ਕਈ ਉੱਥੋਂ
ਉਹਨਾਂ ਨੂੰ ਵਰਕ ਐਜ਼ ਅ ਵਰਕਰ ਲੈ ਆਉਂਦੇ ਆ ਅਲੱਗ-ਅਲੱਗ ਸਟੇਟਸ ਵਿੱਚੋਂ। ਅੱਛਾ। ਤੇ ਹੁਣ ਚੰਡੀਗੜ੍ਹ ਤੋਂ ਵੀ ਇੱਕ ਲੜਕੀ ਸਾਨੂੰ ਮਿਲੀ ਸੀਗੀ ਜਿਹੜੀ ਕਿ ਕਿਸੇ ਵਰਕਰ ਵਾਸਤੇ ਲਿਆਂਦਾ ਸੀ, ਲੇਕਿਨ ਉਹਦਾ ਪੈਸੇ ਉਹਨੂੰ ਦਿੰਦੇ ਨਹੀਂ ਸੀ, ਨਾ ਹੀ ਉਹਦੇ ਘਰ ਪੈਸੇ ਭੇਜਦੇ ਸੀ, ਨਾ ਹੀ ਉਹਨੂੰ ਫੋਨ ਤੇ ਗੱਲ ਕਰਾਉਂਦੇ ਸੀ। ਮਤਲਬ ਉਹ ਇੰਨਾ ਕੁ ਮੈਂਟਲੀ ਟੌਰਚਰ ਹੋਈ ਕਿ ਉਹ ਘਰੋਂ ਉੱਥੋਂ ਦੌੜ ਗਈ ਤਾਂ ਬਾਹਰੋਂ ਕਈ ਦਿਨਾਂ ਬਾਅਦ ਮਿਲੀ, ਕਿਉਂਕਿ ਇੱਕ ਤਾਂ ਉਹਨਾਂ ਨੂੰ ਲੁਕ ਛੁਪ ਕੇ ਰਹਿਣਾ, ਕਿੱਥੇ ਜਾਣਾ, ਕਿੱਥੋਂ ਖਾਣਾ, ਕੋਈ ਪੈਸਾ ਕੋਲ ਨਹੀਂ ਹੈਗਾ, ਕੋਈ ਸ਼ੈਲਟਰ ਨਹੀਂ ਹੈਗਾ, ਤੇ ਉਹ ਬਾਹਰ ਹੀ ਇੰਨੀ ਸਾਈਕੋਲੋਜੀਕਲੀ ਡਾਊਨ ਹੋ ਜਾਂਦੇ ਆ ਕਿ ਸਟ੍ਰੈਸ 'ਚ ਚਲੇ ਜਾਂਦੇ ਆ। ਫਿਰ ਜਦੋਂ ਉਹਨਾਂ ਨੂੰ ਥੋੜਾ ਜਿਹਾ ਮੌਕਾ ਮਿਲਦਾ ਤੇ ਫਿਰ ਉਹ ਰਿਵਾਈਵ ਕਰਦੇ ਆ ਆਪਣੀ ਮੈਮਰੀ ਨੂੰ, ਤਾਂ ਫਿਰ ਤੋਂ ਉਹਨਾਂ ਦੇ ਵਾਰਸ ਲੱਭਣ ਲਈ ਲੱਭ ਜਾਂਦੇ ਆ ਮੋਸਟਲੀ। ਬੇਬੀ ਰਜਿੰਦਰ ਜੀ, ਇੱਕ ਚੀਜ਼ ਹੋਰ ਪੁੱਛਣਾ ਚਾਹੁੰਦੀ ਹਾਂ। ਤੁਸੀਂ ਇੱਕ ਬੱਚੀ ਦੀ ਗੱਲ ਕੀਤੀ ਹੈਗੀ ਆ, ਬੱਚੀਆਂ, ਛੋਟੇ ਬੱਚੇ, ਔਰਤਾਂ, ਕੀ ਇਹਨਾਂ ਦੀ ਗਿਣਤੀ ਬਹੁਮਤ ਦੇ ਵਿੱਚ ਹੈਗੀ ਆ ਜਾਂ ਮਤਲਬ ਮੇਲਸ ਫੀਮੇਲਸ ਦੈਟ ਡਜ਼ਨਟ ਮੈਟਰ? ਮੋਸਟਲੀ ਜੇ ਕਹਿ ਲਿਆ ਜਾਏ ਫੀਮੇਲ ਸਾਡੇ ਕੋਲ ਜ਼ਿਆਦਾ ਪਹੁੰਚਦੇ ਹੈਗੇ ਆ। ਉਹਦੀ ਕੀ ਵਜ੍ਹਾ ਲੱਗਦੀ ਆ? ਬਿਕੋਜ਼ ਜਦੋਂ ਕਿਸੇ ਨੂੰ ਕੋਈ ਮੇਲ ਵੀ ਲੱਭਦਾ ਹੈਗਾ ਜਾਂ ਦਿਖਦਾ ਹੈਗਾ, ਈਵਨ ਕਿ ਮੈਂਟੈਲਿਟੀ ਹੈਗੀ ਹੈ ਕਿ ਨਹੀਂ ਇਹਨੇ ਤਾਂ ਕਿਤੇ ਨਾ ਕਿਤੇ ਚਲੇ ਜਾਣਾ, ਜਾਂ ਇਹ ਠੀਕ ਹੀ ਹੋਊਗਾ, ਜਾਂ ਇੱਦਾਂ ਇਗਨੋਰ ਵੀ ਕਰ ਦਿੱਤੇ ਜਾਂਦੇ ਆ। ਬਟ ਜੇ ਕਿਸੇ ਚੰਗੇ ਭਲੇ ਪੁਰਸ਼ ਨੂੰ ਇੱਕ ਫੀਮੇਲ ਮਿਲਦੀ ਹੈ ਤਾਂ ਉਹ ਪਹਿਲਾਂ ਸਾਰਾ ਦਿਖਦਾ ਹੈਗਾ ਕਿ ਇਹ ਕਿੱਥੇ ਰਹੇਗੀ ਰਾਤ ਨੂੰ, ਕੀ ਇਹਦੇ ਨਾਲ ਕੋਈ ਟੌਰਚਰ ਨਾ ਹੋ ਜਾਵੇ, ਇਹਦੇ ਨਾਲ ਕੋਈ ਧੱਕਾ ਨਾ ਹੋ ਜਾਵੇ, ਤੇ ਉਸ ਕਰਕੇ ਮੋਸਟਲੀ ਕੋਸ਼ਿਸ਼ ਕਰਦੇ ਆ ਕਿ ਫੀਮੇਲਸ ਨੂੰ ਜਲਦੀ ਤੋਂ ਜਲਦੀ ਕਿਸੇ ਸ਼ੈਲਟਰ ਹੋਮ 'ਚ ਪਹੁੰਚਾਇਆ ਜਾਵੇ। ਇਹ ਵੀ ਇੱਕ ਕਾਰਨ ਹੋ ਸਕਦਾ ਮੋਸਟਲੀ, ਕਿਉਂਕਿ ਫੀਮੇਲਸ ਘਰ ਵਿੱਚ ਰਹਿੰਦੀਆਂ, ਜਾਂ ਕਈ ਵਾਰੀ ਫੀਮੇਲਸ ਦੇ ਨਾਲ ਦੂਸਰੇ ਘਰ ਤੋਂ ਆਈਆਂ ਹੁੰਦੀਆਂ, ਵਿਆਹ ਕੇ ਆਈਆਂ ਹੁੰਦੀਆਂ, ਉਹਨਾਂ ਨਾਲ ਟੌਰਚਰ ਵੀ ਕਈ ਵਾਰੀ ਜਾਂ ਤਾਂ ਫੈਮਿਲੀ ਵੱਲੋਂ ਹੁੰਦਾ, ਜਾਂ ਫਿਰ ਕਿਸੇ ਦੇ ਹਸਬੈਂਡ ਵੀ ਖਾ ਪੀ ਕੇ ਟੌਰਚਰ ਕਰਦੇ ਹੈਗੇ ਆ, ਤਾਂ ਇਹ ਵੀ ਇੱਕ ਕਾਰਨ ਬਣ ਜਾਂਦਾ ਹੈਗਾ। ਮਾਈਨਰ ਬੱਚਿਆਂ ਦੀਆਂ ਬਹੁਤ ਖਬਰਾਂ ਆਉਂਦੀਆਂ। ਮੈਂ ਅੱਜ ਵੀ ਇੱਕ ਖਬਰ ਸਵੇਰੇ ਜਦੋਂ ਮੈਂ ਫੋਨ ਖੋਲ੍ਹਿਆ, ਅੱਜ ਵੀ ਇੱਕ ਇਸ ਤਰ੍ਹਾਂ ਦੀ ਬੱਚੀ ਦੀ ਕਹਾਣੀ ਸੀ। 17 ਸਾਲ ਦੀ ਕੁੜੀ ਸੀ ਜਿਹਦੇ ਵੱਲੋਂ ਜਿਹਨੂੰ ਸਟੈਪ ਫਾਦਰ ਨੇ ਗਲਤ ਟਰੀਟ ਕੀਤਾ, ਤੇ ਉਹਦੀ ਖਬਰ ਕਾਫੀ ਜ਼ਿਆਦਾ ਅੱਜ ਮੈਂ ਦੇਖ ਰਹੀ ਸੀ ਵਾਇਰਲ ਹੋ ਰਹੀ ਸੀ। ਮਾਈਨਰ ਬੱਚਿਆਂ ਦੀਆਂ ਖਬਰਾਂ ਅਸੀਂ ਅਕਸਰ ਪੜ੍ਹਦੇ ਹਾਂ, ਮਤਲਬ ਕੰਨ ਸਾਡੇ ਕਈ ਵਾਰ ਜਾਂ ਅੱਖਾਂ ਇੰਨੀਆਂ ਯੂਜ਼ਡ ਹੋ ਜਾਂਦੀਆਂ, ਸਾਨੂੰ ਲੱਗਦਾ ਕਿ ਆਮ ਵਰਤਾਰਾ ਹੋ ਗਿਆ। ਉੱਥੇ ਵੀ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਇਹ ਤਾਂ ਰੋਜ਼ ਦਾ ਹੀ ਕੰਮ ਆ, ਇਹੋ ਜਿਹੀਆਂ ਇੰਡੀਆ ਤੋਂ ਖਬਰਾਂ ਆ ਰਹੀਆਂ, ਪੰਜਾਬ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ, ਅਸੀਂ ਇੰਨਾ ਕੁ ਕਰਦੇ ਹਾਂ, ਉਦੋਂ ਅਗਾਂਹ ਅਸੀਂ ਬਿਲਕੁਲ ਨਹੀਂ ਸੋਚਦੇ ਹੈਗੇ। ਤੁਹਾਡੇ ਸਾਹਮਣੇ ਵੀ ਕੋਈ, ਤੁਹਾਡੀ ਨਜ਼ਰ 'ਚ ਇਹੋ ਜਿਹੇ ਕੇਸਿਸ ਹੈਗੇ ਆ? ਹਾਂਜੀ, ਪੌਕਸੋ ਦੇ ਕੇਸਿਸ ਕਹਿ ਦਿੰਦੇ, ਜਿਹੜੇ ਕਿ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਰੈਫਰ ਕੀਤੇ ਜਾਂਦੇ ਹੈਗੇ ਆ। ਇਹਦੇ ਵਿੱਚ ਕਾਫੀ ਛੋਟੀਆਂ ਬੱਚੀਆਂ ਵੀ, ਈਵਨ ਕਿ ਸਾਡੇ ਕੋਲ ਇੱਕ ਜਦੋਂ 5 ਸਾਲ ਦੀ ਬੱਚੀ ਸਾਡੇ ਕੋਲ ਆਈ ਸੀ, ਉਹਨੂੰ 3 ਸਾਲ ਰੇਪ ਹੁੰਦਾ ਰਿਹਾ। ਮਤਲਬ ਤੁਸੀਂ ਮੰਨ ਲਓ 5 ਸਾਲ ਦੀ ਬੱਚੀ ਕਿਸ ਈਅਰ ਤੋਂ ਉਹਦੇ ਨਾਲ ਰੇਪ ਹੁੰਦਾ ਰਿਹਾ ਹੋਏਗਾ, ਤੇ ਉਹਦੇ ਫਾਦਰ ਵੱਲੋਂ, ਤੇ ਇੱਕ ਸਟੈਪ ਫਾਦਰ ਵੱਲੋਂ ਰੇਪ ਹੋਇਆ ਕੇਸ, ਜਿਹੜੀ ਕਿ ਤਕਰੀਬਨ 6-7 ਮਹੀਨੇ ਦੀ ਪ੍ਰੈਗਨੈਂਸੀ ਸਾਡੇ ਕੋਲ ਪਹੁੰਚੀ, 5th ਕਲਾਸ ਦੀ ਸਟੂਡੈਂਟ ਸੀਗੀ, ਤੇ ਉਹਦੀ ਤਾਂ ਹਾਲਤ ਵੀ ਕਾਫੀ ਕ੍ਰਿਟੀਕਲ ਹੋ ਗਈ ਸੀਗੀ, ਕਿਉਂਕਿ ਉਹ ਕੋਮਾ ਵਿੱਚ ਚਲੀ ਗਈ ਜਦੋਂ ਉਹਦਾ ਡਿਲੀਵਰੀ ਦਾ ਟਾਈਮ ਆਇਆ। ਪਹਿਲਾਂ ਐਪੀਲੈਪਸੀ ਦੇ ਅਟੈਕ ਹੋਣ ਲੱਗ ਗਏ ਉਹਨੂੰ ਪੇਨਸ ਕਰਕੇ, ਤੇ ਕਈ ਦਿਨ ਉਹ ਕੋਮਾ ਵਿੱਚ ਰਹੀ, ਤੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਹਨੂੰ ਕਿ ਉਹਦੀ ਬੱਚੀ ਦੀ ਮਾਤਾ ਨੇ ਵੀ ਮਤਲਬ ਅਬੈਂਡਨ ਕਰ ਦਿੱਤਾ। ਤੇ ਹੋਰ ਵੀ ਸਾਡੇ ਕੋਲ ਕਈ ਇੱਦਾਂ ਦੇ ਕੇਸਿਸ ਆਉਂਦੇ ਹੈ ਕਿ ਘਰ ਵਿੱਚ ਰੇਪ ਹੋ ਗਿਆ, ਮਦਰ ਹੈ ਨਹੀਂ ਗੀ, ਜਾਂ ਮਦਰ ਬਾਹਰ ਵਰਕ ਕਰਨ ਚਲੀ ਜਾਂਦੀ ਹੈਗੀ ਆ, ਤੇ ਉੱਦਾਂ ਦੇ ਕੇਸਿਸ ਹੈ ਕਿ ਫਿਰ ਉਹਨਾਂ ਦੇ ਸਿਬਲਿੰਗਸ ਨੂੰ ਵੀ ਸਾਡੇ ਕੋਲ ਰੈਫਰ ਕਰ ਦਿੱਤਾ ਜਾਂਦਾ ਵੀ ਮਦਰ ਨੂੰ ਆਪਣੇ ਘਰ 'ਚ ਰਹਿੰਦੇ ਹੋਏ ਇਹ ਨਹੀਂ ਪਤਾ ਲੱਗਿਆ ਕਿ ਉਹਦੀ ਬੱਚੀ ਨਾਲ ਧੱਕਾ ਹੋ ਰਿਹਾ, ਜਾਂ ਉਹਦੇ ਬੱਚਿਆਂ ਨਾਲ ਕਨੈਕਸ਼ਨਸ ਅੱਛੇ ਨਹੀਂ ਹੈਗੇ ਮਦਰ ਦੇ, ਜਿਸ ਕਾਰਨ ਕਰਕੇ ਉਹਨੂੰ ਪਤਾ ਨਹੀਂ ਲੱਗ ਰਿਹਾ, ਤੇ ਉਹ ਬੱਚਿਆਂ ਦੀ ਵੈਲਫੇਅਰ ਜਿਹੜੀ ਸੁਸਾਇਟੀ ਹੈਗੀ ਉਹ ਫਿਰ ਸਾਡੇ ਕੋਲ ਉਹਨਾਂ ਦੇ ਭੈਣ ਭਰਾਵਾਂ ਨੂੰ ਵੀ ਸਾਡੇ ਕੋਲ ਰੈਫਰ ਕਰ ਦਿੰਦੇ। ਇੱਦਾਂ ਦੇ ਕਾਫੀ ਕੇਸਿਸ ਹੈ ਕਿ ਨੋਰਮਲ ਹੁੰਦੇ ਆ ਮੈਂਟਲੀ, ਬਟ ਇਹ ਹਾਲਾਤਾਂ ਕਰਕੇ ਉਹਨਾਂ ਨੂੰ ਸਾਡੇ ਕੋਲ ਭੇਜ ਦਿੱਤਾ ਜਾਂਦਾ। ਰਜਿੰਦਰ ਜੀ, ਇਹ ਗੱਲਾਂ ਜਿਹੜੀਆਂ ਮੈਂ ਸੁਣ ਰਹੀ ਹਾਂ ਤੁਹਾਡੇ ਕੋਲੋਂ, ਮੈਂ ਇਹ ਗੱਲ ਮਹਿਸੂਸ ਕਰਦੀ ਹਾਂ ਕਿ ਵੀ ਇਹ ਸਾਰਾ ਕੁਝ ਸੁਣ ਕੇ ਦੁੱਖ ਮਹਿਸੂਸ ਹੁੰਦਾ, ਤਕਲੀਫ ਮਹਿਸੂਸ ਹੁੰਦੀ, ਇੱਦਾਂ ਲੱਗਦਾ ਕਿ ਵੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ, ਸਾਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਗੱਲਾਂ। ਪਰ ਹੁਣ ਤੁਸੀਂ ਉਸ ਤੋਂ ਉਲਟ ਕੰਮ ਕਰ ਰਹੇ ਆ, ਹੈਗੇ ਤੁਸੀਂ ਵੀ ਇਨਸਾਨ ਆ, ਪਰ ਉਹ ਇਨਸਾਨਾਂ ਦੇ ਹੀ ਕੀਤੇ ਹੋਏ ਜਿਹੜੇ ਗਲਤ ਕਾਰੇ ਆ ਉਹ ਤੁਹਾਡੀ ਨਜ਼ਰ ਦੇ ਵਿੱਚ ਜ਼ਿਆਦਾ ਆਉਂਦੇ ਆ।
ਤੁਹਾਡੀ ਆਪਣੀ ਪਰਸਨੈਲਿਟੀ, ਤੁਹਾਡੀ ਆਪਣੀ ਸ਼ਖਸੀਅਤ, ਆਪਣੀ ਸੋਚ, ਤੁਹਾਡੇ ਆਪਣੇ ਖਿਆਲ ਕਿੱਦਾਂ ਇੰਪੈਕਟ ਹੁੰਦੇ ਆ ਇਸ ਸਾਰੇ ਤੋਂ? ਗੁਰਬਾਣੀ ਕਹਿੰਦੀ ਹੈ, ਫਰੀਦਾ ਬੁਰੇ ਕਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜਦ ਅਸੀਂ ਸਾਰਿਆਂ ਨੂੰ ਆਪਣੇ ਐਜ਼ ਅ ਫੈਮਿਲੀ ਮੈਂਬਰਸ ਜਾਣਦੇ ਹੈਗੇ ਆ, ਉਸ ਇੱਕ ਦਾਤੇ ਦੀ ਔਲਾਦ ਤੇ ਉਹਨਾਂ ਵਿੱਚ ਉਹ ਜੋਤ ਦੇਖਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਤਾਂ ਕਾਫੀ ਹੱਦ ਤੱਕ ਇੱਦਾਂ ਫੀਲ ਹੁੰਦਾ ਹੈ ਕਿ ਵੀ ਉਹ ਸਾਡੇ ਆਪਣੇ ਹੈਗੇ ਆ। ਜੇ ਮਾਨੋ ਕਦੇ ਕਿਤੇ ਕਿਸੇ ਤੋਂ ਗਲਤੀ ਹੋ ਗਈ ਤੇ ਉਹਨੂੰ ਸੁਧਾਰਨ ਦਾ ਜਾਂ ਉਹਨੂੰ ਸੁਧਰਨ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈਗਾ। ਕਾਫੀ ਇੱਦਾਂ ਦੇ ਕਨਵਿਕਟਿਡ ਕੇਸਿਸ ਹੁੰਦੇ ਆ ਕਿ ਵੀ ਜਿਹੜੇ ਬਾਅਦ ਵਿੱਚ ਰਿਅਲਾਈਜ਼ ਕਰਦੇ ਆ ਜਾਂ ਫੀਲ ਕਰਦੇ ਆ ਕਿ ਵੀ ਅਸੀਂ ਗਲਤ ਸੀਗੇ। ਹੁਣ ਇੱਕ ਜਿਹੜੀ ਮੈਂ ਬੱਚੀ ਕਹਿ ਰਹੀ ਹਾਂ ਕਿ ਬਹੁਤ ਛੋਟੀ ਬੱਚੀ ਦੇ ਨਾਲ ਰੇਪ ਹੋਇਆ, ਉਹਦੇ ਫਾਦਰ ਜੇਲ੍ਹ ਵਿੱਚ ਹੈਗੇ ਆ। ਅੱਛਾ। ਤੇ ਕਈ ਵਾਰੀ ਮੇਰੇ ਕੋਲ ਫੋਨ ਆਉਂਦਾ ਹੈ ਉਹਨਾਂ ਦੇ ਫਾਦਰ ਦਾ ਕਿ ਵੀ ਮੇਰੇ ਬੱਚਿਆਂ ਨਾਲ ਗੱਲ ਕਰਾ ਦਿਓ, ਜਾਂ ਉਹ ਹਾਲ ਚਾਲ ਪੁੱਛਦੇ ਮੋਸਟਲੀ ਜ਼ਿਆਦਾਤਰ ਵੀ ਮੇਰੇ ਬੱਚਿਆਂ ਦਾ ਕੀ ਹਾਲ ਹੈ। ਕਹਿੰਦਾ ਮੈਂ ਗਲਤੀ ਕੀਤੀ ਨਹੀਂ, ਜੇ ਲੱਗਦਾ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਂ ਬਹੁਤ ਸੌਰੀ ਮੰਗਦਾ, ਫੀਲ ਕਰਦਾ ਕਿ ਮੇਰੇ ਬੱਚੇ ਮੇਰੇ ਤੋਂ ਦੂਰ ਕਰ ਦਿੱਤੇ ਗਏ, ਮੈਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਗਿਆ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਮੇਰੀ ਕੋਰਟ ਤਰੀਕ ਨਹੀਂ ਦੇ ਰਹੀ, ਮੇਰਾ ਕੋਈ ਵਕੀਲ ਮੇਰੇ ਵਾਸਤੇ ਵਰਕ ਨਹੀਂ ਕਰ ਰਿਹਾ। ਤੇ ਇਹ ਹੱਕ ਬਣਦਾ ਹੈ ਇੱਕ ਇਨਸਾਨ ਦਾ ਕਿ ਉਹਦੀ ਗੱਲ ਸੁਣੀ ਜਾਵੇ। ਜਦੋਂ ਮੈਂ ਗੱਲ ਕਰਦੀ ਹਾਂ ਮੈਨੂੰ ਲੱਗਦਾ ਹੈ ਕਿ ਵੀ ਹੋ ਸਕਦਾ ਉਹ ਕਨਵਿਕਟਿਡ ਨਾ ਹੋਵੇ, ਕਿਸੇ ਨੇ ਉਹਦੇ 'ਤੇ ਝੂਠਾ ਪਰਚਾ ਦਰਜ ਕਰਕੇ, ਜਾਂ ਬਿਕੋਜ਼ ਜਦੋਂ ਬੱਚੀ ਵੀ ਆਈ ਸੀ ਉਹ ਮਤਲਬ ਰੋ ਰੋ ਕੇ ਕਹਿ ਰਹੀ ਸੀਗੀ ਮੈਂ ਆਪਣੇ ਪਾਪਾ ਕੋਲ ਜਾਣਾ, ਉਹਦਾ ਬ੍ਰਦਰ ਵੀ ਕਹਿ ਰਿਹਾ ਸੀ ਰੋ ਰੋ ਕੇ, ਕਈ ਦਿਨ ਉਹ ਰੋਂਦੇ ਰਹੇ ਆ। ਇਸ ਤਰ੍ਹਾਂ ਦੇ ਵੀ ਕੇਸਿਸ ਹੈਗੇ ਆ? ਹਾਂਜੀ। ਹੁਣ ਇਹ ਨਹੀਂ ਪਤਾ ਕਿ ਵੀ ਉਹ ਉਹਦੇ ਨਾਲ ਉਹਦੇ ਪਿਤਾ ਨਾਲ ਧੱਕਾ ਹੋਇਆ ਕਿ ਵਾਕਈ, ਬਟ ਉਸ ਹੱਦ ਤੱਕ ਤੁਸੀਂ ਜਾ ਨਹੀਂ ਸਕਦੇ ਬਿਕੋਜ਼ ਇਹ ਕੋਰਟ ਦੇ ਮਾਮਲੇ ਹੈਗੇ ਆ, ਇਹ ਵੈਲਫੇਅਰ ਕਮੇਟੀ ਨੇ ਆਪਣੇ ਅੰਡਰ ਕੇਸ ਲਿਆ ਹੋਇਆ, ਸਾਡਾ ਉੱਥੇ ਪਹੁੰਚਣਾ ਇੱਕ ਠੀਕ ਨਹੀਂ ਹੈ। ਸਿਰਫ ਸਾਨੂੰ ਇਹ ਇੰਸਟਰਕਸ਼ਨਸ ਹੈ ਕਿ ਬੱਚੀ ਨੂੰ ਉਹਦੇ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ, ਉਹਦੇ ਨਾਲ ਨਹੀਂ ਗੱਲ ਕਰਾਈ ਜਾਣੀ ਚਾਹੀਦੀ। ਲੇਕਿਨ ਬੇਟਾ ਹੈ, ਮੈਂ ਫਿਰ ਉਹਦੀ ਬੇਟੇ ਦੇ ਨਾਲ ਗੱਲ ਕਰਾਉਣੀ ਹੈ, ਲੇਕਿਨ ਉਹ ਫਿਰ ਵੀ ਹਫਤੇ 10 ਦਿਨ ਬਾਅਦ ਫੋਨ ਕਰਕੇ ਪੁੱਛਦਾ ਮੇਰੇ ਬੱਚੇ ਠੀਕ ਹੈ, ਪੜ੍ਹਨ ਜਾਂਦੇ ਆ ਸਕੂਲ, ਉਹ ਇੱਦਾਂ ਕਰਦੇ ਹੈਗੇ ਆ, ਇੰਜੋਏ ਕਰਦੇ ਹੈਗੇ ਆ, ਮੈਨੂੰ ਮਿਸ ਤਾਂ ਨਹੀਂ ਕਰਦੇ। ਮਤਲਬ ਕਈ ਵਾਰੀ ਫੀਲ ਹੁੰਦਾ ਕਿ ਵੀ ਹੋ ਸਕਦਾ ਹੈ ਵੀ ਇਹ ਉਹਦੇ 'ਤੇ ਗਲਤ ਇਲਜ਼ਾਮ ਲਾਇਆ ਗਿਆ ਹੋਵੇ। ਪ੍ਰਭ ਆਸਰਾ ਜਿਹੜੀ ਸੰਸਥਾ ਹੈ ਇਸ ਵੇਲੇ ਜੇ ਉਹਦੇ ਸਟਰਕਚਰ ਦੀ ਤੁਸੀਂ ਗੱਲ ਕਰੋ, ਥੋੜਾ ਸਾਡੇ ਸੁਣਨ ਵਾਲਿਆਂ ਨੂੰ ਸਮਝਾਓ ਕਿ ਵੀ ਕਿਹੋ ਜਿਹਾ ਐਟਮੋਸਫੀਅਰ ਹੈ ਅੰਦਰ, ਕਿਹੜੇ ਡਿਪਾਰਟਮੈਂਟ ਬਣੇ ਹੋਏ ਆ? ਕਿਉਂਕਿ ਹੁਣ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਬੱਚੀਆਂ ਆ ਰਹੀਆਂ ਉੱਥੇ, ਬਜ਼ੁਰਗ ਔਰਤਾਂ ਆ ਰਹੀਆਂ, ਬਜ਼ੁਰਗ ਆਦਮੀ ਆ ਰਹੇ ਹੈਗੇ ਆ, ਅਪਾਹਜ ਲੋਕ ਆ ਰਹੇ ਆ, ਬੇਸਹਾਰਾ ਲੋਕ ਆ ਰਹੇ ਆ, ਮੈਂਟਲੀ ਚੈਲੰਜਡ ਲੋਕ ਆ ਰਹੇ ਹੈਗੇ ਆ। ਇਹਨਾਂ ਸਾਰਿਆਂ ਨੂੰ ਇੱਕ ਥਾਂ ਤਾਂ ਤੁਸੀਂ ਰੱਖ ਨਹੀਂ ਸਕਦੇ। ਬਿਲਕੁਲ ਜੀ, ਬਿਲਕੁਲ ਜੀ। ਸਾਡੀਆਂ ਵੈਸੇ ਤਾਂ 4 ਬ੍ਰਾਂਚਿਸ ਹੈਗੀਆਂ, 4 ਬ੍ਰਾਂਚਿਸ 'ਚੋਂ 3 ਬ੍ਰਾਂਚਿਸ ਦੇ ਵਿੱਚ ਇਨਹੈਬੀਟੈਂਟਸ ਡਿਸਟਰੀਬਿਊਟ ਕੀਤੇ ਹੋਏ ਆ, ਜਿਨ੍ਹਾਂ ਵਿੱਚੋਂ ਮੈਜੋਰਿਟੀ, ਕਿਉਂਕਿ ਸਿਰਫ ਅਸੀਂ ਮੇਲ ਪਰਸਨਸ ਹੀ, ਐਡਲਟ ਮੇਲ ਹੀ ਅਸੀਂ ਬ੍ਰਾਂਚਿਸ ਵਿੱਚ ਭੇਜੇ ਆ, 2 ਬ੍ਰਾਂਚਿਸ ਦੇ ਵਿੱਚ। ਜਿਹੜੀ ਇੱਕ ਬ੍ਰਾਂਚ ਜਿਹੜੀ ਹੈਗੀ ਆ ਤਕਰੀਬਨ 80+ ਇਨਹੈਬੀਟੈਂਟ ਸਾਡੇ ਮੇਲ, ਜਿਹੜੇ ਕਿ ਥੋੜ੍ਹੇ ਜਿਹੇ ਸਟੇਬਲ ਹੈਗੇ ਆ, ਜ਼ਿਆਦਾ ਹੌਸਪਿਟਲਾਈਜੇਸ਼ਨ ਦੀ ਲੋੜ ਨਹੀਂ ਹੈ, ਮੇਲ ਉਹੀ ਅਸੀਂ ਝੰਜੇੜੀ ਤੇ ਇੱਕ ਲੁਧਿਆਣੇ ਕੋਲ ਫੇਰੂਰਾਈ ਹੈਗੀ ਰਾਏਕੋਟ ਦੇ ਨੇੜੇ, ਉੱਥੇ ਕੁਝ ਇਨਹੈਬੀਟੈਂਟਸ ਰੱਖੇ ਹੈਗੇ ਆ। ਬਾਕੀ ਮੈਜੋਰਿਟੀ ਮੇਲ ਤੇ ਫੀਮੇਲ ਐਂਡ ਬੱਚੇ ਉਹ ਸਾਡੇ ਕੋਲ ਹੈਗੇ ਆ, ਜਿਨ੍ਹਾਂ ਦਾ ਇੱਥੇ ਵੀ 4 ਸੈਕਸ਼ਨਸ ਹੈਗੇ ਆ, ਜਿਨ੍ਹਾਂ ਵਿੱਚੋਂ ਇੱਕ ਫੀਮੇਲ ਸੈਕਸ਼ਨ ਸਾਡਾ ਇੱਕ ਬਹੁਤ ਵੱਡਾ ਬਿਲਡਿੰਗ ਸਟਰਕਚਰ ਹੈਗਾ ਜਿਹਦੇ ਵਿੱਚ ਸਿਰਫ ਫੀਮੇਲਸ ਹੀ ਹੈਗੀਆਂ, ਤੇ ਇੱਕ ਪਾਸੇ ਮੇਲ ਬੱਚੇ ਹੈਗੇ ਆ 18 ਸਾਲ ਤੋਂ ਉੱਪਰ, 10 ਸਾਲ ਤੋਂ ਉੱਪਰ, ਤੇ ਇੱਕ ਪਾਸੇ ਫੀਮੇਲ ਬੱਚੀਆਂ ਜਿਹੜੀਆਂ ਕਿ ਅਡਲਟ ਹੋਣ ਤੱਕ ਉੱਥੇ ਰਹਿੰਦੀਆਂ ਹੈਗੀਆਂ, ਛੋਟੇ ਹੁੰਦੇ ਤੋਂ ਛੋਟੇ ਬੱਚੇ, ਤੇ ਈਵਨ ਕਿ 9 ਸਾਲ ਤੱਕ ਸਾਡੇ ਛੋਟੇ ਯੰਗਰਸ ਵੀ ਹੈਗੇ ਆ, ਜਿਨ੍ਹਾਂ ਦੇ ਵਿੱਚ ਬॉयਜ਼ ਵੀ ਹੈਗੇ ਆ, ਬਿਕੋਜ਼ ਉਹਨਾਂ ਦੀ ਇੱਕ ਨਾਜ਼ੁਕ ਜੀ ਲਾਈਫ ਹੁੰਦੀ ਹੈਗੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਸੇਫਟੀ ਤੇ ਕੇਅਰ ਦੀ ਲੋੜ ਹੁੰਦੀ ਆ, ਉਹਨਾਂ ਨੂੰ ਪਰ ਪਰਸਨ ਜਾਂ 2 ਪਰਸਨ ਦੇ ਪਿੱਛੇ ਇੱਕ ਕੇਅਰ ਟੇਕਰਸ ਦੀ ਲੋੜ ਹੁੰਦੀ ਹੈ। ਈਵਨ ਕਿ ਸਾਡੇ ਸੈਰੀਬਲ ਪਾਲਸੀ ਤੋਂ ਪੀੜਿਤ ਬੱਚੇ ਵੀ ਵਿੱਚ
ਵਿੱਚ ਹੈਗੇ ਆ, ਸਪੈਸ਼ਲ ਬੱਚੀਆਂ ਵੀ ਵਿੱਚ ਹੈਗੀਆਂ, ਕਿਉਂਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੈਗਰੀਗੇਟ ਕਰਨਾ ਚਾਹੁੰਦੇ ਹਾਂ, ਅਲੱਗ ਕਰਨਾ ਚਾਹੁੰਦੇ ਹਾਂ, ਬਟ ਹਜੇ ਜਿਹੜੇ ਬੈੱਡ ਰਿਡਨ ਹੈਗੇ ਆ, ਹਾਂਜੀ ਸਾਡੇ ਕੋਲ CP ਬੱਚੇ ਬਹੁਤ ਹੈਗੇ ਆ, ਈਵਨ ਕਿ ਕ੍ਰਿਟੀਕਲ ਪੇਸ਼ੈਂਟਸ ਕਾਫੀ ਹੈਗੇ ਆ ਇੱਦਾਂ ਹੀ ਮੇਲ ਸੈਕਸ਼ਨ 'ਚ, ਜਿਨ੍ਹਾਂ ਨੂੰ ਜਿਵੇਂ ਕਹਿੰਦੇ ਵੀ ਹੁਣ ਜੇ ਬਜ਼ੁਰਗਾਂ ਵਿੱਚ ਚੱਲ ਜਾਈਏ, ਅਡਲਟ ਸੈਕਸ਼ਨ 'ਚ ਚੱਲ ਜਾਈਏ, ਉਹਦੇ ਵਿੱਚ ਵੀ ਹੈਂਡੀਕੈਪ, ਫਿਜ਼ੀਕਲੀ ਹੈਂਡੀਕੈਪ ਹੈਗੇ ਆ, ਮੈਂਟਲੀ ਹੈਂਡੀਕੈਪ ਹੈਗੇ ਆ, ਹਾਈਪਰ ਤੇ ਅਗਰੈਸਿਵ ਕੇਸਿਸ ਹੈਗੇ ਆ, ਤੇ ਜਿਹੜੇ ਬੈੱਡ ਰਿਡਨ ਕੇਸਿਸ ਹੈਗੇ ਆ, ਤੇ ਡੈਫ ਐਂਡ ਮਿਊਟ ਕੇਸਿਸ ਹੈਗੇ ਆ, ਤੇ ਇਹ ਅਲੱਗ-ਅਲੱਗ ਕੈਟਾਗਰੀਜ਼ ਹੈਗੀਆਂ ਜਿਨ੍ਹਾਂ ਨੂੰ ਕਿ ਉਹਨਾਂ ਦੀ ਮਤਲਬ ਮੈਂਟਲ ਐਬਿਲਿਟੀ ਤੇ ਫਿਜ਼ੀਕਲ ਐਬਿਲਿਟੀ ਦੇ ਹਿਸਾਬ ਦੇ ਨਾਲ ਅਲੱਗ ਰੱਖਣ ਦੀ ਲੋੜ ਆ। ਹੁਣ ਜਿਵੇਂ ਬਜ਼ੁਰਗ ਹੈਗਾ, ਇੱਕ ਪਾਸੇ ਇੱਕ ਲੜਕੀ ਨੇ ਹਾਈਪਰ ਹੋ ਗਈ, ਅਗਰੈਸਿਵ ਹੋ ਗਈ, ਉਹਨੇ ਆ ਕੇ ਬਜ਼ੁਰਗ ਨੂੰ ਧੱਕਾ ਮਾਰਿਆ ਤਾਂ ਕਈ ਵਾਰੀ ਗਿਰ ਜਾਂਦੇ ਆ, ਚੂਲਾ ਟੁੱਟ ਗਿਆ ਜਾਂ ਕੋਈ ਹੋਰ ਨੁਕਸਾਨ ਹੋ ਗਿਆ, ਟਾਂਕੇ ਲਗਾਉਣੇ ਪੈਂਦੇ ਆ, ਤੇ ਅਲੱਗ-ਅਲੱਗ ਪ੍ਰੋਬਲਮਸ ਆ ਜਾਂਦੀਆਂ, ਸਾਨੂੰ ਇਹ ਸਫਰ ਕਰਨਾ ਪੈਂਦਾ। ਅੱਛਾ, ਮੈਂ ਬਹੁਤ ਸਾਲ ਪਹਿਲਾਂ ਇੰਡੀਆ ਦੇ ਵਿੱਚ ਕੰਮ ਕੀਤਾ, ਭਾਵੇਂ 15 ਸਾਲ ਪਹਿਲਾਂ ਦੀ ਗੱਲ ਹੈ, ਤੇ ਮੈਨੂੰ ਖਿਆਲ ਆ ਰਿਹਾ ਕਿ ਕਈ ਆਰਗੇਨਾਈਜੇਸ਼ਨਸ ਜਿੱਦਾਂ ਤੁਹਾਡੀ ਆਰਗੇਨਾਈਜੇਸ਼ਨ ਇਹ ਆਪਰੇਟ ਕਰਦੀ ਹੈ, ਇਸ ਤਰ੍ਹਾਂ ਦੀਆਂ ਵੀ ਹੈਗੀਆਂ ਜਿਹੜੀਆਂ ਲੋਕਾਂ ਦੇ ਭਲੇ ਦੇ ਲਈ ਕੰਮ ਕਰ ਰਹੀਆਂ, ਪਰ ਵਿੱਚੋਂ ਥੋੜ੍ਹੀਆਂ ਇਹੋ ਜਿਹੀਆਂ ਕਨਸੂਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਖਾਸ ਕਰਕੇ ਜਿਹੜੀਆਂ ਕੁੜੀਆਂ ਦੇ ਲਈ ਸੰਸਥਾਵਾਂ ਬਣੀਆਂ ਹੋਈਆਂ ਸੀ, ਕਿ ਉੱਥੇ ਵੀ ਉਹਨਾਂ ਦੇ ਲਈ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਹੈ, ਬਹੁਤ ਉਹ ਰਿਸਕ 'ਤੇ ਹੁੰਦੀਆਂ, ਉਹ ਬੱਚੀਆਂ ਚਾਹੇ ਉਹ ਨੌਜਵਾਨ ਕੁੜੀਆਂ ਹੈਗੀਆਂ। ਜਲੰਧਰ ਦੇ ਵਿੱਚ ਮੈਂ ਰਹਿ ਰਹੀ ਸੀ ਅਤੇ ਉਦੋਂ ਇਹੋ ਜਿਹੀਆਂ ਕਨਸੂਆਂ ਆਉਂਦੀਆਂ ਹੁੰਦੀਆਂ ਸੀ ਕਿ ਜਿਹੜੇ ਇੱਦਾਂ ਦੇ ਜਿਹੜੇ ਆਸ਼ਰਮ ਜਾਂ ਘਰ ਜਾਂ ਸਹਾਰਾ ਦੇਣ ਲਈ ਥਾਵਾਂ ਬਣੀਆਂ ਹੋਈਆਂ, ਉੱਥੇ ਬਹੁਤਾ ਜ਼ਿਆਦਾ ਸਿਕਿਉਰ ਨਹੀਂ ਹੈ। ਮੈਂ ਤੁਹਾਡੇ ਕੋਲੋਂ ਜ਼ਰੂਰ ਇਹ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਸਿਕਿਉਰਿਟੀ ਹੈ ਉਹਨਾਂ ਦੀ ਕਿੱਦਾਂ ਯਕੀਨੀ ਬਣਾਉਂਦੇ ਆ ਤੁਸੀਂ? ਕੋਈ ਖਾਸ ਕੋਈ ਇਹੋ ਜਿਹਾ ਸੈੱਲ ਬਣਾਇਆ ਹੋਇਆ ਕਿ ਤਾਂ ਕਿ ਇਹ ਜਿਹੜੇ ਐਟ ਰਿਸਕ ਲੋਕ ਹੈਗੇ ਆ ਇਹਨਾਂ ਨੂੰ ਕੋਈ ਅੰਦਰ ਐਕਸਪਲੋਇਟ ਨਾ ਕਰੇ? ਜਦ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਕਿ ਘਰ ਦੇ ਵਿੱਚ ਹੀ ਲੋਕ ਤਾਂ ਸੇਫ ਨਹੀਂ ਹੈਗੇ, ਉਹ ਏਡਾ ਵੱਡਾ ਘਰ ਜਿੱਥੇ ਇੰਨੀ ਗਿਣਤੀ ਦੇ ਵਿੱਚ 450-500 ਲੋਕ ਉੱਥੇ ਰਹਿ ਰਹੇ ਆ ਔਰ ਹਰ ਤਰ੍ਹਾਂ ਦੇ ਲੋਕ ਰਹਿ ਰਹੇ ਆ, ਇਹ ਬਹੁਤ ਵੱਡਾ ਚੈਲੰਜ ਆ। ਹਾਊ ਡੂ ਯੂ ਡੂ ਦੈਟ? ਸਾਡਾ ਜਿਹੜਾ ਮੇਜਰ ਇਨਫਰਾਸਟ੍ਰਕਚਰ ਹੈਗੇ ਆ ਉਹਦੇ ਆਪਣੇ ਸਿਕਿਉਰਿਟੀ ਗੇਟਸ ਹੈਗੇ ਆ ਦੋਨੋਂ ਪਾਸੇ। ਨਹੀਂ, ਸਿਕਿਉਰਿਟੀ ਗੇਟਸ ਦੀ ਮੈਂ ਗੱਲ ਨਹੀਂ ਕਰ ਰਹੀ, ਮੈਂ ਵਿਦਨ ਦਾ ਹਾਊਸ। ਮੈਂ ਉਹੀ ਗੱਲ ਦੱਸਣਾ ਚਾਹੁੰਦੀ ਹਾਂ ਆਪ ਜੀ ਨੂੰ, ਮਤਲਬ ਵੱਡੇ ਇਨਫਰਾਸਟ੍ਰਕਚਰ ਦੇ ਪਹਿਲਾਂ ਸਿਕਿਉਰਿਟੀ ਤੇ ਸਿਕਿਉਰਿਟੀਜ਼ ਹੁੰਦੀਆਂ, ਉੱਥੇ ਸਿਰਫ ਉਹੀ ਬੰਦੇ ਅੰਦਰ ਜਾ ਸਕਦੇ ਜਿਹੜੇ ਕਿ ਡਾਇਰੈਕਟ ਉਹਨਾਂ ਤੱਕ ਜਿਹੜੇ ਸਾਡੀਆਂ ਫੈਸਿਲਿਟੀਜ਼ ਹੈਗੀਆਂ, ਰੈਜ਼ੀਡੈਂਸ਼ੀਅਲ ਫੈਸਿਲਿਟੀਜ਼ ਉੱਥੇ ਤੱਕ ਅਪਰੋਚ ਨਹੀਂ ਕਰਨਗੇ, ਉਹਨਾਂ ਦੀ ਇਹ ਡਿਊਟੀ ਆ। ਦੂਸਰੀ ਗੱਲ, ਜਿਹੜਾ ਵੀ ਜਾਏਗਾ ਸਾਡੇ ਸਟਾਫ ਮੈਂਬਰਸ ਦੇ ਨਾਲ ਜਾਂ ਸਾਡੇ ਨਾਲ ਹੀ ਵਿਜ਼ਿਟ ਕਰ ਸਕਦੇ ਆ ਉਸ ਲੋਕੈਲਿਟੀ 'ਚ। ਤੀਸਰੀ ਕਿ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਹੈ, ਫੀਮੇਲ ਸੈਕਸ਼ਨ ਤੇ ਜਿਹੜਾ ਫੀਮੇਲ ਚਿਲਡਰਨ ਸੈਕਸ਼ਨ ਹੈ, ਉਹਨਾਂ ਦੇ ਅੰਦਰ ਦਰਵਾਜ਼ਿਆਂ ਤੱਕ ਅਲੱਗ ਗੱਲ, ਉਸ ਤੋਂ ਬਾਅਦ ਇੱਕ ਗੇਟ ਹੋਰ ਹੈਗੇ ਆ ਦੋਨੋਂ ਪਾਸੇ, ਗੇਟਸ ਉਹਨਾਂ ਦੇ ਅਲੱਗ ਹੈਗੇ ਆ, ਤੇ ਅੰਦਰ ਸਿਰਫ ਫੀਮੇਲ ਸਟਾਫ ਹੀ ਵਰਕ ਕਰ ਸਕਦਾ, ਮੇਲ ਸਟਾਫ ਨੂੰ ਇਜਾਜ਼ਤ ਨਹੀਂ ਹੈ ਜਾਣ ਦੀ। ਹਾਂਜੀ, ਮੇਨਟੇਨੈਂਸ ਵਾਸਤੇ ਜੇ ਜਾਣਾ ਹੈਗਾ ਦੈਨ ਇੱਕ ਵਾਰਡਨ ਜਾਏਗੀ, ਇੱਕ ਜਿਹਨੂੰ ਰਿਪੋਰਟ ਕੀਤੀ ਗਈ ਹੈ, ਜਿਹੜੀ ਸੁਪਰਵਾਈਜ਼ ਕਰਦੀ ਹੈਗੀ ਆ ਕਿ ਮੇਨਟੇਨੈਂਸ ਦਾ ਸਾਰੀ ਮੇਨਟੇਨ ਕਰਵਾਉਣਾ ਹੈਗਾ। ਕਿਸੇ ਚੀਜ਼ ਦੀ ਦਿੱਕਤ ਆ ਗਈ, ਜਿਵੇਂ ਹੁਣ ਗੀਜ਼ਰ ਖਰਾਬ ਹੋ ਗਿਆ, ਕੋਈ ਵਾਸ਼ਰੂਮ 'ਚ ਕੋਈ ਸੀਟ ਖਰਾਬ ਤੋੜ ਦਿੱਤੀ ਕਿਸੇ ਨੇ, ਸੋ ਉਹ ਚੇਂਜ ਦਾ ਪਲੰਬਰ ਕਰੇਗਾ। ਪਲੰਬਰ ਦੇ ਨਾਲ ਜਾਣ ਵਾਸਤੇ ਉਹ 2 ਬੰਦੇ ਅਪਾਇੰਟ ਕੀਤੇ ਗਏ ਹੈਗੇ ਆ, ਉਹਨਾਂ ਨੇ ਯਕੀਨੀ ਬਣਾਉਣਾ ਹੈ ਕਿ ਆਪਣੇ ਨਾਲ ਲੈ ਕੇ ਜਾਣਾ ਤੇ ਨਾਲ ਹੀ ਵਾਪਸ ਲੈ ਕੇ ਆਉਣਾ ਹੈਗਾ। ਸੋ ਮਤਲਬ ਮੇਨਲੀ ਰਾਤ ਨੂੰ ਫਿਰ ਉਹ ਜਿਹੜੇ ਐਂਡੋਜ਼ ਹੈਗੇ ਆ 6:30 ਤੋਂ 7 ਦੇ ਵਿੱਚ ਲੌਕ ਲੱਗ ਜਾਂਦੇ ਆ, ਉਹਨਾਂ ਦੇ ਅੰਦਰ ਪ੍ਰੀਮਿਸਿਸ ਦੇ ਜਿਹੜੇ ਗੇਟਸ ਹੈਗੇ ਆ ਉਹਨਾਂ ਨੂੰ ਬਕਾਇਦਾ ਲੌਕ ਲੱਗ ਜਾਂਦਾ, ਕਿਉਂਕਿ 6:30 ਵਜੇ ਡਿਨਰ ਹੋ ਜਾਂਦਾ, ਸਾਰਿਆਂ ਨੇ ਆਪਣੇ ਰੂਮਸ 'ਚ ਜਾਣਾ ਹੁੰਦਾ। ਸੋ ਇੰਨੇ ਸਾਲਾਂ ਦੌਰਾਨ ਇਹੋ ਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਹਨੂੰ ਤੁਸੀਂ ਬ੍ਰੀਚ ਕਹਿ ਸਕੋ, ਕੋਈ ਇਹੋ ਜਿਹੀ? ਹਾਂਜੀ, ਫਿਲਹਾਲ ਤੱਕ ਪਰਮਾਤਮਾ ਦੀ ਕਿਰਪਾ ਰਹੀ ਹੈ ਤੇ ਅੱਗੇ ਵੀ ਕੋਸ਼ਿਸ਼ ਇਹੀ ਹੈ, ਬਿਕੋਜ਼ ਅਸੀਂ ਇਸੇ ਕਰਕੇ ਫੀਮੇਲ ਐਂਡ ਬੱਚੇ ਅਸੀਂ ਕਿਸੇ ਵੀ ਆਪਣੀ ਬ੍ਰਾਂਚ ਵਿੱਚ ਨਹੀਂ ਭੇਜ ਰਹੇ, ਨਾ ਹੀ ਅਸੀਂ ਪਲਾਨ ਕੀਤਾ ਉਹਨਾਂ ਵਾਸਤੇ। ਅਸੀਂ ਇੱਥੇ ਹੀ ਇਨਫਰਾਸਟ੍ਰਕਚਰ, ਹੁਣ ਫੀਮੇਲਸ ਦਾ ਇਨਫਰਾਸਟ੍ਰਕਚਰ ਬਹੁਤ ਘੱਟ ਗਿਆ ਸੀਗਾ ਬਿਕੋਜ਼ ਸ਼ੈੱਡ ਪਾ ਕੇ ਹੁਣ ਉਹਨਾਂ ਨੂੰ ਰੱਖਣਾ ਪੈ ਰਿਹਾ, ਉਹਦੇ ਵਾਸਤੇ ਅਸੀਂ ਨਵਾਂ ਇਨਫਰਾਸਟ੍ਰਕਚਰ ਤਿਆਰ ਕਰਨਾ ਸ਼ੁਰੂ ਕੀਤਾ, ਲੇਕਿਨ ਜਿਸ ਕਰਕੇ ਹਸਪੀਟਲ ਕਰਕੇ ਸਾਨੂੰ ਇਨਫਰਾਸਟ੍ਰਕਚਰ ਵਿੱਚ ਹੀ ਰੋਕਣਾ ਪਿਆ। ਸਾਡਾ ਮੇਨ ਮਕਸਦ ਹੀ ਇਹੀ ਹੈ ਕਿ ਇਹਨਾਂ ਦੀ ਸਿਕਿਉਰਿਟੀ ਬ੍ਰੀਚ ਨਾ ਹੋਵੇ, ਜਿੱਥੇ ਅਸੀਂ ਰਹਿ ਰਹੇ ਹੈਗੇ ਹਾਂ ਉਹ ਸਾਡੀ ਨਿਗਾਹ ਦੇ ਵਿੱਚ ਸੇਫਟੀ ਮੇਜਰਸ ਦੇ ਨਾਲ ਰਹਿਣ। ਇਸ ਵੇਲੇ ਦੇਸ਼ ਵਿਦੇਸ਼ ਦੇ ਵਿੱਚ ਲੋਕ ਤੁਹਾਨੂੰ ਦੇਖ ਰਹੇ ਆ, ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣਗੇ, ਮਨ ਦੇ ਵਿੱਚ ਉਹਨਾਂ ਦੇ ਕੁਝ ਸਵਾਲ ਜ਼ਰੂਰ ਹੋਣਗੇ ਕਿ ਇਸ ਵੇਲੇ ਰਾਈਟ ਨਾਓ ਉੱਥੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ, ਕਿੰਨੇ ਕੁ ਲੋਕ ਕੰਮ ਕਰ ਰਹੇ ਹੈਗੇ ਆ,
ਕਿੰਨੇ ਕੁ ਵੋਲੰਟੀਅਰਸ ਨੇ ਤੇ ਕਿੰਨਿਆਂ ਨੂੰ ਤੁਸੀਂ ਹਾਇਰ ਕੀਤਾ ਹੋਇਆ, ਜੇ ਥੋੜਾ ਜਿਹਾ ਦੱਸ ਸਕੋ। ਹਾਂਜੀ, ਤਕਰੀਬਨ 10 ਤੋਂ 15 ਵਲੰਟੀਅਰ ਸਾਡੇ ਰੈਗੂਲਰ ਹੈਗੇ ਆ। ਕੁਝ ਵਲੰਟੀਅਰ ਸਾਡੇ ਪਰਮਾਤਮਾ ਨੂੰ ਪਿਆਰੇ ਹੋ ਗਏ, ਤੇ ਬਾਕੀ 250 ਦੇ ਕਰੀਬ ਸਾਡੇ ਕੋਲ ਜਿਹੜੇ ਸੇਵਾਦਾਰ ਇੰਪਲੋਇਡ ਕਹਿ ਦਿੰਦੇ ਆ ਉਹਨਾਂ ਨੂੰ, ਹਾਂਜੀ, ਪੇਮੈਂਟ ਦੇ ਕੇ ਰੱਖਿਆ ਹੋਇਆ। ਨਹੀਂ, ਬਿਕੋਜ਼ ਇੱਕ ਰਿਸਪੌਂਸਿਬਿਲਿਟੀ ਹੁੰਦੀ ਆ ਉਹਨਾਂ ਦੀ, ਡੇ ਐਂਡ ਨਾਈਟ ਉਹਨਾਂ ਨੂੰ ਨਹਾਉਣਾ ਧੋਣਾ, ਬਰਸ਼ ਕਰਾਉਣਾ, ਸਿਰਵਾਉਣਾ। ਤੇ ਬਾਕੀ ਸਾਡਾ ਮਤਲਬ ਜੇ ਕੋਈ ਸਾਡੇ ਤੱਕ ਪਹੁੰਚ ਕਰਨਾ ਚਾਹੁੰਦਾ, ਸਾਡੀ ਵੈਬਸਾਈਟਸ ਹੈਗੀਆਂ prabhasra.org ਤੇ ਉਹਦੇ ਤੇ ਜਾ ਕੇ ਵੀ ਸਾਡੇ ਬਾਰੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਆ। ਈਵਨ ਕਿ ਕੰਟੈਕਟ ਨੰਬਰਸ ਜਾਂ ਸਾਡੇ ਅਕਾਊਂਟ ਨੰਬਰਸ ਵੀ ਉੱਥੇ ਅਵੇਲੇਬਲ ਹੈਗੇ ਆ। ਬਾਕੀ ਈ ਟ੍ਰਾਂਸਫਰ ਸਾਨੂੰ ਕੈਨੇਡਾ ਦੀ ਧਰਤੀ ਤੋਂ ਈ ਟ੍ਰਾਂਸਫਰ prabhasrasociety@gmail.com ਤੇ ਜਾ ਕੇ ਵੀ ਸਾਨੂੰ ਈ ਟ੍ਰਾਂਸਫਰ ਕਰ ਸਕਦੇ ਆ। prabhasrasociety@gmail.com ਤੇ ਕੰਟੈਕਟ ਨੰਬਰ ਜਿਵੇਂ ਆਪ ਨੀਚੇ ਦੇਖ ਸਕਦੇ ਹੋ। ਮੇਰੇ ਨਾਲ ਕਦੇ ਵੀ ਕੰਟੈਕਟ ਕਰਕੇ ਸਾਨੂੰ ਈਵਨ ਕਿ ਆਪਣੇ ਸੁਝਾਅ ਵੀ ਦੇਖ ਸਕਦੇ ਆ, ਜਾਂ ਕੁਆਇਰੀਜ਼ ਹੈਗੀਆਂ, ਕੁਆਇਰੀਜ਼ ਵੀ ਆਪਣੀਆਂ ਕਲੀਅਰ ਕਰ ਸਕਦੇ ਹੈਗੇ ਆ, ਜਾਂ ਸਾਡੇ ਨਾਲ ਰਿਕੁਆਇਰਮੈਂਟਸ ਹੈਗੀਆਂ। ਮੇਨ ਰਿਕੁਆਇਰਮੈਂਟ ਸਾਡੀਆਂ ਇਹ ਵੀ ਹੈ ਕਿ ਹਸਪੀਟਲ ਹੁਣ ਜਿਹੜਾ ਇਨਫਰਾਸਟ੍ਰਕਚਰ ਅਸੀਂ ਤਿਆਰ ਕੀਤਾ ਉਹਦੇ ਵਿੱਚ ਸਾਡੀ ਰਜਿਸਟਰੀ ਪੈਂਡਿੰਗ ਹੈ ਲਾਸਟ ਦਸੰਬਰ ਤੋਂ। 1 ਕਰੋੜ ਰੁਪਇਆ ਉਹਦਾ ਦੇਣਾ ਪੈਂਡਿੰਗ ਹੈਗਾ। ਤੇ ਨਾਲ ਹੀ ਜਿਹੜੇ ਸਾਡੇ ਇਨਫਰਾਸਟ੍ਰਕਚਰ ਫੀਮੇਲ ਵਾਸਤੇ ਤੇ ਲੰਗਰ ਹਾਲ ਸਾਡਾ ਛੋਟਾ ਪੈ ਗਿਆ ਸੀ ਜਿੱਥੇ ਅਸੀਂ ਕੁਕਿੰਗ ਕਰਦੇ ਸੀ, ਉਹ ਸਿਰਫ 100 ਤੋਂ 200 ਬੰਦਿਆਂ ਦੇ ਬਣਾਉਣ ਦਾ ਸੀਗਾ, ਲੇਕਿਨ ਇਸ ਵਕਤ ਸਾਡੇ ਕੋਲ 500-600 ਬੰਦੇ ਪ੍ਰਾਣੀ ਦਾ ਇੱਕੋ ਬ੍ਰਾਂਚ ਵਿੱਚ ਖਾਣਾ ਬਣਦਾ। ਉਹ ਅਸੀਂ ਨਵਾਂ ਲੰਗਰ ਹਾਲ ਤਿਆਰ ਕਰ ਰਹੇ ਹੈਗੇ ਆ। ਉਹਦਾ ਸਿਰਫ ਮਤਲਬ ਕੰਸਟਰਕਸ਼ਨ ਇਸੇ ਕਰਕੇ ਰੁਕੀ ਕਿ ਫੰਡਸ ਸਾਡੇ ਕੋਲ ਘੱਟ ਪੈ ਗਏ, ਕਿਉਂਕਿ ਆਉਣ ਵਾਲੇ ਇਨਹੈਬੀਟੈਂਟਸ ਜ਼ਿਆਦਾ ਹੈਗੇ ਆ, ਜਿਹੜੇ ਰੀਯੂਨੀਅਨ ਵਾਲੇ ਹੈਗੇ ਆ ਉਹ ਘੱਟ ਹੈਗੇ ਆ। ਤੇ 450 ਪ੍ਰਾਣੀ ਜਿਹੜਾ ਕਿ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ, ਈਵਨ ਕਿ ਜਿਹੜੇ ਸੇਵਾਦਾਰ ਵੀ ਹੈਗੇ ਉਹਨਾਂ ਨੂੰ ਵੀ ਉੱਥੇ ਹੀ ਫੈਸਿਲਿਟੀ ਹੈਗੀ ਹੈ ਕਿ ਪ੍ਰਸ਼ਾਦਾ ਛਕਣ। ਤੇ 700 ਬੰਦੇ ਦਾ ਖਾਣਾ ਇੱਕ ਟਾਈਮ ਤਿਆਰ ਹੋ ਰਿਹਾ ਉੱਥੇ। ਸੋ ਇਹ ਸਾਰੇ ਸਾਧਨ ਕਿੱਥੋਂ ਜਟਾਉਂਦੇ ਹੋ? ਇਹ ਤਾਂ ਦੇਖੋ ਜਿਹੜੀ ਡੋਨੇਸ਼ਨ ਆਏ ਤਾਂ ਕਿਸੇ ਨੇ ਆਪਣੀ ਮਰਜ਼ੀ ਨਾਲ ਦੇ ਦਿੱਤੀ, ਜਦੋਂ ਦਿਲ ਕੀਤਾ ਜਾਂ ਜਿੰਨਾ ਦਿਲ ਕੀਤਾ ਉਨੀ ਦੇ ਦਿੱਤੀ। ਉਹਦਾ ਕੋਈ ਫਿਕਸ ਨਹੀਂ ਹੁੰਦਾ ਕਿ ਵੀ ਹਾਂ ਆਹ ਚੀਜ਼ ਆ ਹੀ ਜਾਣੀ ਹੈਗੀ ਆ। ਸੋ ਜਿਹੜਾ ਰੈਗੂਲਰ ਜਿਹੜੇ ਸਾਧਨ ਆ ਉਹ ਕਿੱਥੋਂ ਜੁਟਾਏ ਜਾ ਰਹੇ ਆ? ਇਹ ਸਾਰੇ ਜਿਹੜੇ ਦਿਲੋਂ ਮੁਹੱਬਤ ਕਰਦੇ ਆ ਤੇ ਜਿਹੜੇ ਸੰਗਤ ਸਾਡੇ ਨਾਲ ਜੁੜੀ ਹੋਈ ਹੈਗੀ ਹੈ, ਜਾਂ ਸੰਗਤ ਜਿਹੜੀ ਫੀਲ ਕਰਦੀ ਹੈ ਕਿ ਵੀ ਇਹ ਸੇਵਾ ਹੋਣੀ ਚਾਹੀਦੀ ਹੈ, ਇਹ ਕਾਰਜ ਹੋਣੇ ਚਾਹੀਦੇ ਆ, ਉਹਨਾਂ ਦੇ ਸਹਿਯੋਗ ਦੇ ਨਾਲ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਚੱਲ ਰਿਹਾ। ਕਈ ਵਾਰੀ ਕਈ ਸਵਾਲ ਕਰਦੇ ਆ ਕਿ ਵੀ ਤੁਸੀਂ ਦੱਸੋ ਵੀ ਤੁਹਾਡੇ ਕੋਲ ਇੰਨੇ ਫੰਡਸ ਹੈਗੇ ਆ। ਅਸੀਂ ਕਿ ਜੇ ਫੰਡਸ ਨਹੀਂ ਵੀ ਹੈਗੇ, ਪਰਮਾਤਮਾ ਦਾ ਘਰ ਹੈਗਾ, ਉਹਨੂੰ ਫਿਕਰ ਆਪ ਹੈਗਾ। ਹੁਣ ਜਿਵੇਂ ਫੰਡਸ ਦੀ ਬਹੁਤ ਜ਼ਿਆਦਾ ਕਮੀ ਆਈ ਤਾਂ ਇੱਕੋਦਮ ਫਲਾਈਟਸ ਹੁਣ ਖੋਲ੍ਹ ਦਿੱਤੀਆਂ ਤੇ ਅਸੀਂ ਆਪ ਜੀ ਕੋਲ ਪਹੁੰਚ ਗਏ ਹੈਗੇ ਆ। ਤੇ ਇਹ ਪਰਮਾਤਮਾ ਦਾ ਘਰ ਹੈ, ਉਹਨਾਂ ਨੂੰ ਪਤਾ ਹੈਗਾ ਕਿ ਕਿੱਦਾਂ ਇਹਨੂੰ ਹੈਂਡਲ ਕਰਨਾ, ਲੇਕਿਨ ਫਿਰ ਵੀ ਇਹ ਸੰਗਤ ਦੇ ਸਹਿਯੋਗ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਚੱਲ ਰਿਹਾ ਜੀ। ਜਿੱਥੇ ਤੁਸੀਂ ਆਪਣੇ ਏਡੇ ਵੱਡੇ ਰਜਿੰਦਰ ਜੀ ਪਰਿਵਾਰ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ 450-500 ਲੋਕ ਨੇ। ਹੁਣ ਤੱਕ ਤੁਸੀਂ 1900 ਦੇ ਕਰੀਬ ਜਿਹੜੇ ਪਰਿਵਾਰਕ ਮੈਂਬਰ ਤੁਹਾਡੇ ਰਹੇ ਆ, ਜਿਹਦੇ ਵਿੱਚੋਂ 1350 ਤੋਂ ਵੱਧ ਲੋਕਾਂ ਨੂੰ ਤੁਸੀਂ ਰੀਯੂਨਾਈਟ ਕੀਤਾ। ਹਾਂਜੀ ਹਾਂਜੀ, ਰੀਯੂਨਾਈਟ ਕੀਤਾ, ਰੀਹੈਬਿਲਿਟੇਟ ਨਹੀਂ, ਰੀਯੂਨਾਈਟ ਕੀਤਾ ਜੀ। ਜੀ, ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਆ ਰਿਹਾ। ਉਹ ਘਰ ਜਿਹੜਾ ਤੁਸੀਂ ਕਹਿੰਦੇ ਸੀ ਕਿ ਅਸੀਂ ਆਪਣਾ ਘਰ ਹਾਲੇ ਬਣਾਇਆ ਨਹੀਂ, ਪਰ ਇਹ ਜਿਹੜਾ ਵੱਡਾ ਘਰ ਹੈ ਇਹ ਤੁਹਾਡਾ ਵੱਡਾ ਘਰ ਬਣ ਗਿਆ, ਵੱਡਾ ਪਰਿਵਾਰ ਬਣ ਗਿਆ। ਸਟਿਲ ਇੱਕ ਵਿਅਕਤੀ ਦੇ ਤੌਰ ਤੇ, ਇੱਕ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਵੀ ਮੈਂ ਇੱਕ ਆਪਣਾ ਘਰ ਬਣਾਵਾਂ ਜਿਹਦੇ ਵਿੱਚ ਮੇਰਾ ਆਪਣਾ ਪਰਿਵਾਰ ਹੋਵੇ। ਤੁਹਾਡਾ ਜਿਹੜਾ ਆਪਣਾ ਪਰਿਵਾਰ ਹੈ, ਤੁਹਾਡੇ ਇਸ ਕਾਰਜ ਦੇ ਨਾਲ ਕਿਸ ਤਰ੍ਹਾਂ ਇੰਪੈਕਟ ਹੋ ਰਿਹਾ? ਜੀ ਕਦੇ ਫੀਲਿੰਗ ਹੀ ਨਹੀਂ ਆਈ ਕਿ ਵੀ ਸਾਡਾ ਪਰਿਵਾਰ ਅਲੱਗ ਹੈ ਤੇ ਉਹ ਪਰਿਵਾਰ ਅਲੱਗ ਹੈ। ਬਿਕੋਜ਼ ਇੰਪੈਕਟ ਦੀ ਤਾਂ ਫੀਲਿੰਗ ਤਾਂ ਆਏਗੀ ਵੀ ਜੇ ਅਸੀਂ, ਸਾਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਉੱਥੇ ਵੀ ਹੁਣ 45-48 ਬੱਚੇ ਜਿਹੜੇ ਸਕੂਲ ਜਾ ਰਹੇ ਹੈਗੇ ਆ, ਜੇ ਉਹਨਾਂ ਦੀ ਸਟੱਡੀ 'ਤੇ ਸਿਰਫ ਇਸ ਕਰਕੇ ਇਫੈਕਟ ਪੈ ਰਿਹਾ ਕਿ ਸਾਡਾ ਇੱਥੇ ਮਾਹੌਲ ਠੀਕ ਨਹੀਂ ਹੈ, ਫਿਰ ਤਾਂ ਮੇਰੇ ਬੱਚਿਆਂ 'ਤੇ ਵੀ ਉਹ ਇਫੈਕਟ ਪੈਣਾ ਚਾਹੀਦਾ ਹੈ। ਅਤੇ ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਕਦੇ ਇੱਦਾਂ ਦਾ ਲੱਗਿਆ ਨਹੀਂ। ਹੁਣ ਕੋਵਿਡ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਸੀ ਕਿ ਔਨਲਾਈਨ ਹੀ ਸਟੱਡੀ ਕਰਨੀ ਸੀ ਸਾਰਿਆਂ ਨੇ, ਅਤੇ ਉਸ ਟਾਈਮ ਸਾਡੇ ਕੋਲ ਕੰਪਿਊਟਰਸ ਘੱਟ ਸੀਗੇ, ਤਾਂ ਫਟਾਫਟ
ਜਿਹੜੇ ਵੀ ਫੋਨ ਮਤਲਬ ਅਸੀਂ ਕਰ ਸਕਦੇ ਸੀਗੇ ਅਵੇਲੇਬਲ ਉਹਨਾਂ ਨੂੰ ਕਰ ਸਕਦੇ ਸੀਗੇ। ਮਤਲਬ ਕਿਉਂਕਿ ਕਾਫੀ ਸਟਾਫ ਨੂੰ ਅਸੀਂ ਅੰਦਰ ਰੱਖ ਲਿਆ ਸੀ, ਬਹੁਤ ਜ਼ਿਆਦਾ ਬਾਹਰ ਦਾ ਤੋਰਾ ਫੇਰਾ ਹੈ ਨਹੀਂ ਸੀ। ਕਾਫੀ ਫੋਨਸ ਫਿਰ ਅਸੀਂ ਬੱਚਿਆਂ ਨੂੰ ਅਵੇਲੇਬਲ ਕਰਕੇ ਤੇ ਜਿਹੜੇ ਕੰਪਿਊਟਰ ਸੀਗੇ ਕੁਝ ਸਟਾਫ ਮਿਨੀਮਾਈਜ਼ ਕਰਕੇ ਉਹਨਾਂ ਨੂੰ ਕੰਪਿਊਟਰਸ ਅਵੇਲੇਬਲ ਕਰਵਾਏ ਤਾਂ ਕਿ ਆਨਲਾਈਨ ਸਟੱਡੀ ਦੇ ਵਿੱਚ ਕੋਈ ਵੀ ਉਨਤਾਈ ਨਾ ਆਵੇ, ਉਹਨਾਂ ਦੀ ਸਟੱਡੀ ਵਿੱਚ ਕਮੀ ਨਾ ਆਵੇ। ਤੇ ਇਹ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਆਪਣੇ ਹੀ ਫੀਲ ਕਰਕੇ ਅਸੀਂ ਕਰੀਏ। ਤੇ ਜੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਚਾਹੁੰਦੇ ਹਾਂ, ਜੋ ਸਾਡੇ ਬੱਚੇ ਫੀਲ ਕਰਦੇ ਹੋਣਗੇ, ਜਿਹੜੇ ਇਮੋਸ਼ਨਸ ਉਹਨਾਂ ਦੇ ਅੰਦਰ ਹੋਣਗੇ, ਉਹੀ ਮੇਰੇ ਸਾਰੇ ਬੱਚਿਆਂ ਦੇ ਵਿੱਚ ਹੋਣਗੇ। ਉਹ ਇਮੋਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਬਿਕੋਜ਼ ਹੁਣ ਕਈ ਵਾਰੀ ਮੇਰੇ ਬੱਚੇ ਵੀ ਕਹਿ ਦਿੰਦੇ ਆ ਕਿ ਅਸੀਂ ਘੁੰਮਣ ਜਾਣਾ ਹੈਗਾ, ਸੋ ਉਹ ਬੱਚੇ ਵੀ ਕਹਿ ਦਿੰਦੇ ਆ ਕਿ ਘੁੰਮਣ ਜਾਣਾ ਹੈਗਾ। ਤੇ ਫਿਰ ਉਹੀ ਇਮੋਸ਼ਨਸ ਦੇ ਨਾਲ ਅਸੀਂ ਫੀਲ ਕਰਕੇ ਵੀ ਹਾਂ ਇਹਨਾਂ ਨੂੰ ਵੀ ਟੂਰ 'ਤੇ ਲੈ ਕੇ ਜਾਣਾ, ਉਹਨਾਂ ਨੂੰ ਵੀ ਘੁਮਾ ਕੇ ਲਿਆਉਣਾ। ਤੇ ਬਸ ਕੋਸ਼ਿਸ਼ ਕਰੀਦੀ ਐਜ਼ ਜਿਵੇਂ ਮਾਤਾ ਪਿਤਾ ਦੇ ਹਿਸਾਬ ਦੇ ਨਾਲ ਹੀ ਅਸੀਂ ਉਹਨਾਂ ਦੇ ਨਾਲ ਪਰਿਵਾਰ ਵੀ ਨਾਲ ਜੁੜਿਆ ਹੋਇਆ ਪੂਰਾ। ਹਾਂਜੀ, ਪਹਿਲਾਂ ਦੋਨੋਂ ਫਾਦਰ ਸਾਹਿਬ ਵੀ ਵਿੱਚ ਹੀ ਦਿਨ ਰਾਤ ਸੇਵਾ ਕਰਦੇ ਸੀਗੇ, ਬਟ ਕਿਸੇ ਕਾਰਨਾਂ ਕਰਕੇ ਬ੍ਰਦਰ ਦੋਨਾਂ ਦੇ ਬ੍ਰਦਰ ਐਂਡ ਫਾਦਰ 2 ਸਾਲ ਦੇ ਵਿੱਚ ਚਲੇ ਗਏ। ਬਟ ਮਦਰ ਡੇ ਐਂਡ ਨਾਈਟ ਬੱਚਿਆਂ ਦੇ ਵਿੱਚ ਹੀ ਵਿਚਰਦੇ ਹੈਗੇ, ਜਿਹੜੇ ਛੋਟੇ ਛੋਟੇ ਬੱਚੇ ਹੈਗੇ ਆ। ਤੇ ਮੇਰੇ ਬੱਚੇ ਮਤਲਬ ਮੇਰੇ ਬੇਟੇ ਵੀ ਦੋਨੋਂ ਫੁੱਲ ਟਾਈਮ ਦੇ ਰਹੇ ਹੈਗੇ ਆ। ਇੱਕ ਤਾਂ ਮੈਨੇਜਮੈਂਟ ਦੇ ਵਿੱਚ ਜਿਹੜਾ ਵੱਡਾ ਬੱਚਾ ਉਹ ਮੈਨੇਜਮੈਂਟ ਵਿੱਚ ਹੈਲਪ ਕਰ ਰਿਹਾ, ਛੋਟਾ ਨਾਲ ਵੀਡੀਓਜ਼ ਜਾਂ ਹੋਰ ਸਪੋਰਟਿੰਗ ਜਿਵੇਂ ਉਹਨਾਂ ਗੇਮਸ ਵਿੱਚ ਉਹਨਾਂ ਨੂੰ ਇਨੀਸ਼ੀਏਟਿਵ ਲੈ ਕੇ ਉਹਨਾਂ ਨੂੰ ਟ੍ਰੇਨ ਕਰਨਾ, ਨਾਲ ਪੂਰਾ ਜੁੜ ਕੇ ਉਹਨਾਂ ਦੇ ਨਾਲ ਕੰਮ ਕਰਦਾ। ਇਵਨ ਕਿ ਆਰਗੈਨਿਕ ਫਾਰਮਿੰਗ ਜਦੋਂ ਕੋਵਿਡ ਦੇ ਵਿੱਚ ਅਸੀਂ ਸ਼ੁਰੂ ਕੀਤੀ ਉਹਦੇ ਵਿੱਚ ਵੀ ਨਾਲ ਫੁੱਲ ਫਲੈਜ ਨਾਲ ਹੈਲਪ ਕਰਦਾ ਰਿਹਾ ਹੈਗਾ। ਹਰ ਕੋਈ ਵਿਅਕਤੀ ਚਾਹੁੰਦਾ ਕਿ ਉਹਦਾ ਪਰਿਵਾਰ ਜਿਹੜਾ ਉਹ ਵਧੇ ਫੁੱਲੇ, ਉਹ ਜ਼ਿਆਦਾ ਪ੍ਰੋਗਰੈਸਿਵ ਹੋਵੇ, ਪਰ ਪਤਾ ਨਹੀਂ ਕਿਉਂ ਤੁਹਾਡੇ ਇਸ ਪਰਿਵਾਰ ਦੀ ਗੱਲ ਜਦੋਂ ਮੈਂ ਤੁਹਾਡੇ ਕੋਲੋਂ ਸੁਣ ਰਹੀ ਹਾਂ ਮੇਰੇ ਮੂੰਹੋਂ ਇਹ ਗੱਲ ਨਹੀਂ ਨਿਕਲ ਰਹੀ। ਮੈਂ ਕਹਿੰਦੀ ਕਿ ਤੁਹਾਡਾ ਪਰਿਵਾਰ ਸੁੰਗੜਦਾ ਰਹੇ, ਛੋਟਾ ਹੁੰਦਾ ਰਹੇ। ਸ਼ਾਇਦ ਇਹ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਮਹਿਸੂਸ ਕਰਦੀ ਹਾਂ ਕਿ ਇਸ ਤਰ੍ਹਾਂ ਹੋਣਾ ਹੀ ਨਹੀਂ ਚਾਹੀਦਾ। ਦੂਸਰੀ ਗੱਲ ਰਹੀ ਦਾਨ ਪੁੰਨ ਦੀ ਗੱਲ ਹੈ, ਜਿਵੇਂ ਕਿਹਾ ਸੀ ਕਿ ਤੁਹਾਨੂੰ ਜਿਹੜਾ ਸਰੋਤ ਹੈ ਉਹ ਕੀ ਹੈ ਤੁਹਾਡੀ ਇਹ ਸਾਰਾ ਕੁਝ ਕਰਨ ਦਾ। ਬੜੀ ਵਾਰੀ ਇਹ ਹੁੰਦਾ ਰਜਿੰਦਰ ਜੀ ਕਿ ਅਸੀਂ ਸੋਚਦੇ ਰਹਿੰਦੇ ਹਾਂ ਕਿ ਅਸੀਂ ਕਰਾਂਗੇ, ਅਸੀਂ ਸ਼ਾਇਦ ਰਿਟਾਇਰ ਹੋ ਕੇ ਦਾਨ ਪੁੰਨ ਕਰਾਂਗੇ, ਅਸੀਂ ਸੇਵਾ ਕਰਾਂਗੇ, ਪਰ ਬੜੀ ਵਾਰ ਦੇਖਿਆ ਕਿ ਉਹ ਦਿਨ ਸਾਨੂੰ ਦੇਖਣਾ ਹੀ ਨਸੀਬ ਨਹੀਂ ਹੁੰਦਾ। ਸਾਡੇ ਸਾਹਮਣੇ ਉਹ ਗੁਜ਼ਰਦੇ ਤੁਰੇ ਜਾਂਦੇ ਆ ਤੇ ਕਦੇ ਅਸੀਂ ਇਹ ਵੀ ਨਹੀਂ ਸੋਚਦੇ ਕਿ ਅਸੀਂ ਵੀ ਉਸੇ ਥਾਂ 'ਤੇ ਜਾਣਾ ਹੈ, ਉਸੇ ਰਾਹ ਦੇ ਉੱਤੇ ਜਾਣਾ ਹੈ। ਦਾਨ ਕਰਨਾ, ਸੇਵਾ ਕਰਨਾ ਇਹ ਹਰ ਕਿਸੇ ਦੇ ਲਈ ਪੋਸੀਬਲ ਨਹੀਂ ਹੈ, ਪਰ ਤੁਸੀਂ ਇਹ ਕੰਮ ਕਰ ਰਹੇ ਹੋ। ਮੈਂ ਅਖੀਰ 'ਚ ਤੁਹਾਡੇ ਕੋਲੋਂ ਇਹ ਗੱਲ ਜਾਣਨਾ ਚਾਹੁੰਦੀ ਹਾਂ, ਇਹ ਸਾਰੀ ਕਾਸੇ ਦੀ ਐਨਰਜੀ ਕਿੱਥੋਂ ਆ ਰਹੀ ਹੈ, ਇਹ ਊਰਜਾ ਕਿੱਥੋਂ ਆਉਂਦੀ ਹੈ? ਰੋਜ਼ ਸਵੇਰੇ ਉੱਠ ਕੇ ਉਹਨਾਂ ਲੋਕਾਂ ਦੇ ਵਿੱਚ ਹੀ ਵਿਚਰਨਾ ਜਿੱਥੇ ਦੇਖ ਕੇ ਤੁਹਾਨੂੰ ਨਿਰਾਸ਼ਾ ਵੀ ਹੁੰਦੀ ਹੈ, ਤੁਹਾਨੂੰ ਦੁੱਖ ਵੀ ਮਿਲ ਰਿਹਾ, ਤਕਲੀਫ ਵੀ ਮਿਲ ਰਹੀ ਹੈ, ਉਹਦੇ 'ਚੋਂ ਖੁਸ਼ੀ ਹਾਸਿਲ ਕਰਨਾ ਸੌਖਾ ਕੰਮ ਨਹੀਂ ਹੈ। ਹਾਂਜੀ, ਗੁਰੂ ਸਾਹਿਬ ਕਹਿੰਦੇ ਹੈ ਕਿ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਜਿੱਥੇ ਉਹ ਸਾਰਿਆਂ ਦਾ ਇੱਕ ਘਰ ਬਣ ਜਾਂਦਾ, ਪਰਿਵਾਰ ਬਣ ਜਾਂਦਾ, ਉੱਥੇ ਉਹਦੀ ਮਿਹਰ ਹਮੇਸ਼ਾ ਸਵੱਲੀ ਰਹਿੰਦੀ ਹੈ। ਤੇ ਗੁਰੂ ਸਾਹਿਬਾਨ ਸਾਨੂੰ ਮਤਲਬ ਅਸੀਂ ਉਹਨਾਂ ਦੇ ਚਾਕਰ ਹੈਗੇ ਆ, ਹੈ ਨਾ। ਪਰਮਾਤਮਾ ਨੇ ਸਾਨੂੰ ਇਹ ਡਿਊਟੀ ਲਗਾਈ ਹੈ, ਜੇ ਉਹ ਡਿਊਟੀ ਲਗਾਈ ਹੈ ਤਾਂ ਹੀ ਇਹ ਹੋ ਰਿਹਾ। ਨਾ ਹਮ ਕਰ ਸਕੇ ਸਰੀਰ, ਨਾ ਅਸੀਂ ਕਰ ਸਕਦੇ ਹਾਂ, ਨਾ ਸਾਡਾ ਇਹ ਸਰੀਰ ਕਰ ਸਕਦਾ। ਉਹ ਸਾਨੂੰ ਪਾਵਰ ਦਿੰਦੇ ਆ, ਉਹ ਬਖਸ਼ਿਸ਼ ਕਰਦੇ ਆ, ਜਿਸ ਕਾਰਨ ਅਸੀਂ ਚੱਲ ਪਾ ਰਹੇ ਹੈਗੇ ਆ। ਤੇ ਇਹੀ ਕਾਰਨ ਹੈ ਕਿ ਇਹ ਘਰ ਬਹੁਤ ਪਰਮਾਤਮਾ ਦੀ ਕਿਰਪਾ ਦੇ ਵਿੱਚ ਚੱਲ ਰਿਹਾ ਹੈਗਾ। ਕਈ ਵਾਰੀ ਤਾਂ ਇੱਦਾਂ ਫੀਲ ਹੁੰਦਾ ਹੈ ਕਿ ਵੀ ਇਸ ਚੀਜ਼ ਦੀ ਸ਼ਾਰਟੇਜ ਹੈਗੀ ਹੈ, ਇਹ ਹੈ ਨਹੀਂ ਗੀ। ਉਹ ਹਜੇ ਦਿਮਾਗ ਦੇ ਵਿੱਚੋਂ ਇੱਥੇ ਤੱਕ ਵੀ ਨਹੀਂ ਗਈ ਹੁੰਦੀ ਜਦੋਂ ਕੋਈ ਆ ਕੇ ਕਹਿੰਦਾ ਵੀ ਆਹ ਚੀਜ਼ ਮੰਗਵਾਉਣੀ ਹੈ ਜੀ, ਆਹ ਸ਼ਾਰਟ ਹੈ, ਸਟੋਰ ਵਾਲੇ ਕਹਿ ਦਿੰਦੇ ਆ। ਤੇ ਉਹ ਅਗਲੇ ਪਲ ਦੇਖੀਦਾ ਤੇ ਕੋਈ ਮਤਲਬ ਡੋਨਰ ਲੈ ਕੇ ਪਹੁੰਚ ਰਹੇ ਹੁੰਦੇ ਆ। ਮਤਲਬ ਉਦੋਂ ਪਰਮਾਤਮਾ ਦੇ ਵੀ ਸਮਾਧ ਵਿੱਚ ਜਾਣ ਲਈ ਵਾਹ ਨਿਕਲਦੀ ਵੀ ਦੇਖ ਪਰਮਾਤਮਾ ਵੀ ਤੁਹਾਡੇ ਰੰਗ ਦੇਖੋ। ਅਸੀਂ ਸ਼ਾਇਦ ਉੱਥੋਂ ਤੱਕ ਪਹੁੰਚ ਕਰਨੀ ਸੀ, ਹਜੇ ਕਰ ਹੀ ਨਹੀਂ ਸੀ ਪਾ ਰਹੇ ਕਿ ਤੁਸੀਂ ਉਹਨਾਂ ਨੂੰ ਭੇਜ ਵੀ ਦਿੱਤਾ। ਅਸੀਂ ਉਹਦੇ ਸੇਵਕ ਹਾਂ, ਸੇਵਾਦਾਰ ਹੈਗੇ ਆ। ਉਹ ਸਾਡੇ ਤੋਂ ਸੇਵਾ ਲੈ ਲੈਂਦੇ, ਡਿਊਟੀ ਲੈ ਲੈਂਦੇ। ਇਹੀ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਇਸ ਲਾਇਕ ਉਹਨਾਂ ਨੇ ਬਣਾਇਆ ਤੇ ਇਸ ਲਾਇਕ ਸਮਝਿਆ ਕਿ ਅੱਜ ਅਸੀਂ ਇਹ ਕਰ ਪਾ ਰਹੇ ਹਾਂ। ਇੱਕ ਸਵਾਲ ਤੁਹਾਡੇ ਕੋਲ ਮੇਰਾ ਹੋਰ ਦਿਲ ਕਰਦਾ ਪੁੱਛਾਂ, ਤੁਹਾਡੀ ਨਜ਼ਰ ਦੇ ਵਿੱਚ ਧਰਮ ਕੀ ਹੈ? ਅਸਲੀ ਧਰਮ
ਉਸ ਦਾ ਬਣਾਇਆ ਹੋਇਆ ਇਹ ਸਿਸਟਮ ਹੈ, ਪਰਮਾਤਮਾ ਦਾ ਬਣਾਇਆ ਹੋਇਆ ਇਹ ਸਿਸਟਮ ਹੈ। ਉਹਨੇ ਹਵਾ, ਪਾਣੀ, ਅੱਗ ਉਹਨੇ ਸਾਜੀ ਹੈ ਨਾ। ਸਾਡੇ ਅੰਦਰ ਜਿਹੜਾ ਸਾਡਾ ਸਰੀਰ ਹੈ ਉਹ ਵੀ ਇੱਕ 5 ਤੱਤਾਂ ਦਾ ਹੈ। ਜਿਹੜਾ ਇਹ ਜਹਾਨ ਹੈ ਉਹ ਵੀ 5 ਤੱਤਾਂ ਦਾ ਬਣਿਆ ਹੋਇਆ। ਉਸ ਦੇ ਅੰਦਰ ਸਮਾਨਤਾ ਹੈ, ਸਿਮਿਲੈਰਿਟੀ ਹੈ ਸਾਰਿਆਂ ਵਾਸਤੇ। ਉਹ ਸਾਰਿਆਂ ਵਾਸਤੇ ਹਵਾ ਅਵੇਲੇਬਲ ਕਰ ਰਿਹਾ। ਉਹਨੇ ਕਦੇ ਇਹ ਨਹੀਂ ਕਿਹਾ ਕਿ ਤੂੰ ਇਹ ਗਲਤ ਕੰਮ ਕੀਤਾ, ਤੇਰੇ ਵਾਸਤੇ ਹਵਾ ਅਵੇਲੇਬਲ ਨਹੀਂ ਹੈ, ਤੇਰੇ ਵਾਸਤੇ ਇਹ ਹੀਟ ਜਾਂ ਸੂਰਜ ਦੀ ਰੋਸ਼ਨੀ ਤੇਰੇ ਵਾਸਤੇ ਅਵੇਲੇਬਲ ਨਹੀਂ ਹੈ। ਜਦੋਂ ਸਾਰਿਆਂ ਲਈ ਇੱਕੋ ਧਰਮ ਵਿਚਰ ਰਿਹਾ ਹੈ, ਫਿਰ ਸਾਡੇ ਲਈ ਕਿਉਂ ਨਹੀਂ? ਉਹ ਇੱਕ ਸਮਾਨਤਾ ਹੈ। ਧਰਮ ਮਤਲਬ ਇਹ ਸਾਂਝਾ ਇੱਕ ਪਰਿਵਾਰ ਹੈ, ਇੱਕ ਪਿਤਾ ਹੈ, ਤੇ ਉਸ ਤੇ ਹੀ ਸਾਡਾ ਮਤਲਬ ਚੱਲਣ ਦਾ ਮਨ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਪੋਸੀਬਲ ਹੈਗਾ। ਤੇ ਜਿਹੜੇ ਸਾਡੇ ਅੰਦਰ ਤੱਤ ਆ ਉਹ ਬਾਹਰਲੇ ਤੱਤਾਂ ਨਾਲ ਜਦੋਂ ਅਸੀਂ ਮੈਚ ਕਰ ਲਾਂਗੇ ਤਾਂ ਫਿਰ ਤਾਂ ਇਹ ਜਹਾਨ ਖੁਸ਼ਹਾਲ ਹੋ ਜਾਏਗਾ। ਜਿੰਨਾ ਕੁ ਅਸੀਂ ਕਰ ਸਕਦੇ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਕਰਨਾ ਬਣਦਾ ਹੈ। ਸਿੱਖ ਕੀ ਹੈ, ਧਰਮ ਕੀ ਹੈ? ਮੈਨੂੰ ਲੱਗਦਾ ਕਿ ਰਜਿੰਦਰ ਕੌਰ ਹੋਣਾ ਨੂੰ ਜਦੋਂ ਜਨਤ ਤੁਸੀਂ ਸੁਣਿਆ, ਇਹ ਗੱਲ ਜ਼ਰੂਰ ਅਸੀਂ ਮਹਿਸੂਸ ਕਰਦੇ ਹਾਂ ਕਿ ਵੀ ਬੇਸ਼ੱਕ ਸਾਡੇ ਮਨ 'ਚ ਅਕਸਰ ਇਹ ਸਵਾਲ ਆਉਂਦੇ ਆ, ਬਹੁਤ ਵਾਰੀ ਇਹ ਸਵਾਲ ਪੁੱਛੇ ਜਾਂਦੇ ਆ ਕਿ ਸਿੱਖੀ ਕੀ ਹੈ, ਸਿੱਖ ਕੀ ਹੈ, ਧਰਮ ਕੀ ਹੈ। ਮੈਨੂੰ ਲੱਗਦਾ ਇਸ ਤੋਂ ਬਿਹਤਰ ਜਿਹੜੀ ਐਗਜ਼ਾਮਪਲ ਤੇ ਇਸ ਤੋਂ ਬਿਹਤਰ ਡੈਫੀਨੇਸ਼ਨ ਨਹੀਂ ਹੋ ਸਕਦੀ। ਬੀਬੀ ਰਜਿੰਦਰ ਕੌਰ ਜੀ, ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਮੈਂ ਇੱਕ ਵਾਰੀ ਫਿਰ ਕਹਾਂਗੀ ਕਿ ਤੁਹਾਨੂੰ ਸਲਾਮ ਕਰਦੇ ਹਾਂ, ਸੈਲਿਊਟ ਕਰਦੇ ਹਾਂ ਕਿ ਤੁਸੀਂ ਇਹ ਜਿਹੜਾ ਇਨਸਾਨੀਅਤ ਦਾ ਧਰਮ ਹੈ ਉਹ ਨਿਭਾ ਰਹੇ ਹੋ, ਤੇ ਇਹ ਸੁਨੇਹਾ ਵੀ ਮਿਲ ਰਿਹਾ ਹੈ ਸਾਰਿਆਂ ਨੂੰ। ਤੇ ਜਿੱਥੇ ਆਪਾਂ ਕਦੇ ਕਦਾਈ ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਕਰਦੇ ਹਾਂ ਕਿ ਇਨਸਾਨ ਹੋਣ ਦੇ ਨਾਤੇ ਕਦੇ ਕਦਾਈ ਇਹ ਵੀ ਦੇਖ ਲਿਆ ਕਰੀਏ ਕਿ ਮੈਂ ਮੇਰੀ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ, ਦੇਖੀਏ ਕਿ ਦੂਸਰਿਆਂ ਦਾ ਦੁੱਖ ਕੀ ਹੈ, ਤਕਲੀਫ ਕੀ ਹੈ। ਦੁੱਖ ਦੇਖ ਕੇ, ਤਕਲੀਫ ਦੇਖ ਕੇ ਬਿਨਾਂ ਮਹਿਸੂਸ ਕੀਤਿਆਂ ਲੰਘ ਜਾਣਾ, ਅਕਸਰ ਅਸੀਂ ਇਸ ਪ੍ਰੈਕਟਿਸ ਦੇ ਵਿੱਚ ਰਹਿੰਦੇ ਹਾਂ। ਇਹ ਪ੍ਰੈਕਟਿਸ ਬਦਲੀ ਜਾ ਸਕਦੀ ਹੈ। ਸੋ ਮੈਂ ਅੱਜ ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਦੇਖਣ ਵਾਲਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਪ੍ਰਭ ਆਸਰਾ ਇੱਕ ਇਹੋ ਜਿਹੀ ਸੰਸਥਾ, ਮੈਂ ਆਪਣੇ ਲੈਵਲ 'ਤੇ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਮਹਿਸੂਸ ਕੀਤੀ ਹੈ ਕਿ ਬੇਮਿਸਾਲ ਕੰਮ ਕਰ ਰਹੇ ਨੇ। ਮੌਕਾ ਮਿਲਿਆ, ਕਦੇ ਇੰਡੀਆ ਤੁਸੀਂ ਜਾਂਦੇ ਹੋ ਜਾਂ ਤੁਸੀਂ ਇੰਡੀਆ ਦੇ ਵਿੱਚ ਵੀ ਜਿਸ ਵੀ ਜਗ੍ਹਾ 'ਤੇ ਰਹਿ ਰਹੇ ਹੋ, ਤੇ ਤੁਸੀਂ ਪ੍ਰਭ ਆਸਰਾ ਦੀਆਂ ਜਿਹੜੀਆਂ ਲੋਕੇਸ਼ਨਸ ਨੇ ਉਹ ਵਿਜ਼ਿਟ ਕਰਨ ਦੀ ਜ਼ਰੂਰ ਟਰਾਈ ਕਰਿਓ। ਅਖੀਰ 'ਚ ਕੁਝ ਹੋਰ ਕਹਿਣਾ ਚਾਹੁੰਦੇ ਹੋ? ਬਸ ਜੀ, ਆਪ ਜੀ ਨੇ ਕਾਫੀ ਕੁਝ ਕਹਿ ਦਿੱਤਾ ਕਿ ਵੀ ਸਾਡੇ ਕੋਲ ਜ਼ਰੂਰ ਵਿਜ਼ਿਟ ਕਰੋ। ਮੈਂ ਵੀ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਕਾਰਜ ਕਰਨੇ ਸਿਖਾਏ ਆ। ਉਹਨਾਂ ਨੇ ਸਾਨੂੰ ਮਨੁੱਖੀ ਜਾਮਾ ਧਾਰ ਕੇ ਇੱਦਾਂ ਸੇਵਾ ਕਰਨੀ ਸਿਖਾਈ ਹੈ ਇਨਸਾਨੀਅਤ ਦੇ ਨਾਤੇ। ਚਾਹੇ ਕਿਤੇ ਅਕਾਲ ਪਏ ਹੈ, ਚਾਹੇ ਕਿਤੇ ਪ੍ਰੋਬਲਮਸ ਆਈਆਂ ਹੈਗੀਆਂ, ਜੇ ਦਵਾਖਾਨਾ ਖੋਲ੍ਹਣ ਦੀ ਲੋੜ ਪਈ ਹੈ ਤਾਂ ਦਵਾਖਾਨੇ ਵੀ ਖੋਲ੍ਹੇ, ਜਿੱਥੇ ਦਾਰਾ ਸ਼ਿਕੋ ਵਰਗੇ ਵੀ ਹੀਲ ਹੋ ਕੇ ਗਏ ਆ। ਤੇ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਨੇ ਕੀਤਾ ਤੇ ਉਹਨਾਂ ਨੇ ਸਾਨੂੰ ਇਹ ਸਮਝਾਇਆ, ਸਿਖਾਇਆ। ਤੇ ਆਪਾਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਰਲ ਮਿਲ ਕੇ ਜਿੱਥੇ ਵੀ ਕੋਈ ਨੀਡੀ ਹੈਗਾ, ਜਿੱਥੇ ਵੀ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਉਹਦੀ ਹੈਲਪ ਸਪੋਰਟ ਲਈ ਅੱਗੇ ਵੱਧ ਚੜ੍ਹ ਕੇ ਆਪਣਾ ਦਸਵੰਧ ਕੱਢਣਾ। ਈਵਨ ਕਿ ਸਿਰਫ ਦਸਵੰਧ ਪੈਸੇ ਦਾ ਨਹੀਂ, ਸਮੇਂ ਦਾ ਵੀ ਦਸਵੰਧ ਕੱਢਣਾ ਸ਼ੁਰੂ ਕਰੀਏ। ਭਾਵੇਂ 5 ਮਿੰਟ, 10 ਮਿੰਟ, ਹੌਲੀ ਹੌਲੀ ਵੱਧਦਾ ਚਲਾ ਜਾਏਗਾ। ਤੇ ਜੋ ਗੁਰਬਾਣੀ ਉਹਨਾਂ ਨੇ ਸਾਨੂੰ ਫਰਮਾਈ ਹੈ, ਉਹਨਾਂ ਨੇ ਧੁਰੋਂ ਭੇਜੀ ਹੈ, ਉਹਦੇ ਤੇ ਥੋੜਾ ਥੋੜਾ ਭਾਵੇਂ ਮਾਤਰ ਚੱਲਣ ਦੀ ਕੋਸ਼ਿਸ਼ ਕਰੀਏ। ਸਿਰਫ ਪੜ੍ਹਨ ਤੱਕ ਨਾ ਸੀਮਤ ਰਹੀਏ। ਬਹੁਤ ਬਹੁਤ ਸ਼ੁਕਰੀਆ ਬੀਬੀ ਰਜਿੰਦਰ ਕੌਰ ਜੀ, ਧੰਨਵਾਦ ਤੁਹਾਡਾ। ਅਖੀਰ 'ਚ ਮੈਂ ਸੁਣਨ ਵਾਲਿਆਂ ਨੂੰ ਇਹੀ ਕਹਾਂਗੀ ਕਿ ਅੱਜ ਅਸੀਂ ਸਿਰਫ ਤੇ ਸਿਰਫ ਤੁਹਾਡੇ ਨਾਲ ਕੁਝ ਖਿਆਲ ਸਾਂਝੇ ਕੀਤੇ ਆ। ਜਾਂਦੀ ਜਾਂਦੀ ਕੁਝ ਸਵਾਲ ਛੱਡ ਕੇ ਜਾ ਰਹੀ ਹਾਂ ਕਿ ਅਸੀਂ ਆਪਣੇ ਅੰਦਰ ਕੀ ਝਾਤੀ ਮਾਰਦੇ ਹਾਂ, ਅਸੀਂ ਕਿਹੋ ਜਿਹੇ ਇਨਸਾਨ ਹਾਂ, ਸਾਡਾ ਕੀ ਧਰਮ ਹੈ, ਅਸੀਂ ਰੋਜ਼ ਕੀ ਸਿੱਖਦੇ ਹਾਂ, ਅਸੀਂ ਰੋਜ਼ ਆਲੇ ਦੁਆਲੇ ਕੀ ਸਿਖਾਉਂਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹੈਗੇ ਹਾਂ। ਅਸੀਂ ਇਨਸਾਨ ਹੋਣ ਦੇ ਨਾਤੇ ਸਾਡੀਆਂ ਜਿਹੜੀਆਂ ਦੂਸਰਿਆਂ ਦੀਆਂ ਤਕਲੀਫਾਂ ਮਹਿਸੂਸ ਕਰਨ ਦਾ ਮਾਦਾ ਕਿਹੋ ਜਿਹਾ ਹੈ, ਅਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹਾਂ, ਸਾਡਾ ਉਦੇਸ਼ ਕੀ ਹੈਗਾ, ਅਸੀਂ ਕਿਸ ਰਾਹ 'ਤੇ ਚੱਲ ਰਹੇ ਹਾਂ, ਅਸੀਂ ਜਾਣਾ ਕਿੱਧਰ ਨੂੰ ਆ। ਕੁਝ ਇਹਨਾਂ ਸਵਾਲਾਂ 'ਤੇ ਜ਼ਰੂਰ ਆਪਾਂ ਵਿਚਾਰ ਕਰੀਏ। ਸ਼ਾਇਦ ਇੱਕ ਅਸਲੀ ਇਨਸਾਨ ਬਣ ਕੇ ਆਪਾਂ ਜੀਣ ਦੀ ਕੋਸ਼ਿਸ਼ ਜ਼ਰੂਰ ਕਰ ਸਕਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ। ਮੈਂ ਅਖੀਰ 'ਚ ਇਹ ਗੱਲ ਇੱਕ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਸਾਂਝੀ ਕਰਿਓ। ਅੱਜ ਇਹ ਵੀ ਨਾਲ ਦੱਸਦੇ ਹਾਂ ਕਿ ਇਹਨਾਂ ਨੇ ਆਪਣੀ ਈਮੇਲ ਦਿੱਤੀ ਹੈ, ਤੁਸੀਂ ਇਹਨਾਂ ਤੱਕ ਪਹੁੰਚ ਕਰਨੀ ਹੈ ਤਾਂ ਜ਼ਰੂਰ ਪਹੁੰਚ ਕਰੋ। WhatsApp ਨੰਬਰ ਵੀ ਦਿੱਤਾ ਹੈ।
ਕੋਈ ਮੈਨੂੰ ਤੁਸੀਂ ਫੀਡਬੈਕ ਦੇਣੀ ਆ ਤਾਂ ਮੈਨੂੰ ਜ਼ਰੂਰ WhatsApp ਕਰ ਸਕਦੇ ਹੋ। ਮੇਰਾ ਨੰਬਰ ਹੈ 7787129000 ਜਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ thenavjotdillonwal@gmail.com ਤੇ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੇਗਾ। ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।